हेलो आदाब नमस्ते प्यार भरी सत श्री अकाल मैं हाँ जी मनप्रीत धामी हाजर लैके प्रोग्राम एक नज़र। उम्मीद है कि तुसी सारे ठीक होवोगे चढ़दी कला विच होवोगे ते मेरे नाल अज मेरा साथ देणगे एक नज़र प्रोग्राम दे विच सरदार हरमिंदर सिंह बसरा जी। सर बहुत बहुत स्वागत है जी थोड़ा प्रोग्राम च। थैंक यू मनप्रीत। ते जिद्दां कि तुहानूं पता ही है कि हर हफ्ते शनिवार नूं असीं 1 ਤੋਂ 2 ਜਿਹੜਾ ਲਾਈਵ ਹੁੰਦੇ ਆ ਤੁਹਾਡੇ ਨਾਲ प्रोग्राम एक नज़र ਦੇ ਵਿੱਚ नज़र रखते हैं असीं कि साडे आस-पास की वापर रहा, किहड़े मुद्दे ने जिन्हां उत्ते चर्चा करनी बनती है ते किहड़ा सुनेहा आ जिहड़ा कि प्रशासन तक सरकार तक पहुँचाउणा बनदा है। तो जे हुण दे मुद्दिआं दी गल करिए कि एक नवां ऑर्डीनेंस जिहड़ा आ सरकार वल्लों होर लिआंदा गया पराली नूं लैके पराली दे पोल्यूशन नूं लैके कि इस दी जिहड़ी सज़ा होएगी वो 5 साल सज़ा होएगी तो 1 करोड़ तक दा जिहड़ा आ वो जुर्माना करन दा इहदे विच रखिया गया है। तो किसानां वल्लों जां होर विरोध कीता जा रहा इस दे बारे तुहाडी की राय आ कि पराली नाल पोल्यूशन जे पराली साड़नी बंद हो जाए अपना जिहड़ा देश आ वो प्रदूषण रहित हो सकदा जां नहीं, तो की बाकी जिहड़े पोल्यूशन फैक्ट्रियां करदियां आ जां होर बहुत सारे साधन जिੱਥੋਂ पोल्यूशन हुंदा आ ते ਉਹਦੇ ਤੇ ਵੀ ਆਪਾਂ ਗੱਲ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਉਹਦੇ ਉੱਤੇ ਰੱਖ ਸਕਦੇ ਹੋ ਤੇ ਸੈਕੰਡ ਤੁਸੀਂ ਸਾਡੇ ਨਾਲ ਵਿਚਾਰ ਸਾਂਝਾ ਕਰ ਸਕਦੇ ਹੋ ਕਿ ਕੋਵਿਡ ਨੂੰ ਲੈ ਕੇ ਜਿੱਥੇ ਪੂਰੇ ਯੂਰਪ ਦੇ ਵਿੱਚ ਔਰ ਬਾਕੀ ਦੇਸ਼ਾਂ ਦੇ ਵਿੱਚ ਸੈਕੰਡ ਵੇਵ ਆਈ ਆ ਤੇ ਉੱਥੇ ਇੰਡੀਆ ਦੇ ਵਿੱਚ ਜੇ ਕੇਸ ਘਟਣੇ ਸ਼ੁਰੂ ਹੋਏ ਨੇ ਤੇ ਲੋਕਾਂ ਦੇ ਮਨ ਦੇ ਵਿੱਚ ਕੋਵਿਡ ਦਾ ਜਿਹੜਾ ਡਰ ਆ ਉਹ ਬਿਲਕੁਲ ਜਿਹੜਾ ਆ ਘਟ ਚੁੱਕਾ ਆ ਤੇ ਕੋਈ ਵੀ ਜਿਹੜੀ ਆ ਸੋਸ਼ਲ ਡਿਸਟੈਂਸ ਰੱਖ ਰਹੀ ਹੈ ਜਾਂ ਹੋਰ ਕਿਸੇ ਵੀ ਚੀਜ਼ ਦਾ ਖਿਆਲ ਆ ਉਹ ਬਿਲਕੁਲ ਨਹੀਂ ਰੱਖਿਆ ਜਾ ਰਿਹਾ। ਕੀ ਇਹ ਬਿਲਕੁਲ ਠੀਕ ਆ ਕਿ ਸਾਨੂੰ ਕੋਵਿਡ ਤੋਂ ਹੁਣ ਡਰ ਲੱਗਣਾ ਬੰਦ ਹੋ ਗਿਆ ਆ? ਇਹਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਤੁਸੀਂ ਸਾਨੂੰ ਸਾਡੇ ਨੰਬਰ ਜਿਹੜੇ ਨੇ ਡਿਸਪਲੇ ਹੋ ਰਹੇ ਨੇ ਥੱਲੇ 018 24 508 709 ਅਤੇ 509 554 ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਬਣ ਸਕਦੇ ਹੋ। ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਸਾਡੇ ਨਾਲ ਇਹਨਾਂ ਮੁੱਦਿਆਂ ਉੱਤੇ ਡਿਸਕਸ਼ਨ ਜਿਹੜੀ ਆ ਤੁਸੀਂ ਕਰ ਸਕਦੇ ਹੋ ਜੀ। ਤੇ ਜੇਕਰ ਤੁਸੀਂ ਸਾਨੂੰ YouTube ਤੇ ਲਾਈਵ ਵੇਖ ਰਹੇ ਹੋ, Facebook ਤੇ ਲਾਈਵ ਵੇਖ ਰਹੇ ਹੋ ਜਾਂ ਫਿਰ ਚੈਨਲ ਤੇ ਲਾਈਵ ਵੇਖ ਰਹੇ ਹੋ, ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਾਰੇ ਹੀ ਨਵਰੰਗ ਟੀਵੀ ਵੇਖਣ ਵਾਲਿਆਂ ਨੂੰ ਅੱਜ ਦਾ ਜਿਹੜਾ ਕਿ ਬਹੁਤ ਹੀ ਵਧੀਆ ਦਿਨ ਹੈਗਾ ਕਿ ਅੱਜ ਭਗਵਾਨ ਵਾਲਮੀਕ ਜਯੰਤੀ ਹੈਗੀ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਦਿਨ ਦੀ। ਤੇ ਇਹ ਅਸੀਂ ਪੁਰਬ ਮਨਾਉਣਾ ਜ਼ਰੂਰ ਹੈ ਪਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ। बिल्कुल हाँ बिल्कुल कोविड-19 रखते मनाना है तो लेकिन असी अपने टीम वालों अपने चैनल वालों समूह देशवासियों नूं जिन्ने साडी दुनिया में पंजाबी वसदे ने उन्होंने जी भगवान वाल्मीकि जी के जोड़े अज की जयंती आ उन्होंने प्रगट दिवस आ उहदे ते बहुत बहुत अपनियां दिलों बधाइयां दिंदे हां जी। ਤੇ ਸਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਸਾਰੇ ਜਾਣਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਹੁਣ ਆਰਡੀਨੈਂਸ ਕਿਸਾਨਾਂ ਦੇ ਲਈ ਪਾਸ ਕੀਤੇ ਗਏ ਸੀ ਉਹਦਾ ਵਿਰੋਧ ਲਗਾਤਾਰ ਜਾਰੀ ਹੈ। ਕਿਸਾਨ ਧਰਨਿਆਂ ਤੇ ਬੈਠੇ ਨੇ। ਉੱਪਰੋਂ ਨਵਾਂ ਆਰਡੀਨੈਂਸ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਕਿ ਜੇਕਰ ਕਿਸਾਨ ਪਰਾਲੀ ਸਾੜਦਾ ਆ ਤੇ ਉਹਨੂੰ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਜਿਹੜੀ ਉਮਰ ਉਹਨਾਂ ਨੂੰ ਕੈਦ ਜਿਹੜੀ ਉਹ ਹੋ ਸਕਦੀ ਆ ਹਨਾ। ਤੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਵਿੱਚ? पहले नंबर से तो उन्होंने ये कहा कि किसान नहीं शब्द यूज किया उन्होंने क्योंकि ला नहीं सकते अगर कोई भी पराली साड़ता है पराली नहीं जां तां इत्थे ये होना चाहिए कि जिहड़ा भी पोल्यूशन फैलाउंदा भावें वो फैक्ट्री का पोल्यूशन होवे जां किसी भी होर तरीके का होवे। मनप्रीत अगर गल करते हैं कि ठीक आ पराली तो भी पोल्यूशन जिहड़ा आ फैलदा आ लेकिन पहला कोर्ट ने भी यह कहा ते जिहड़ी आ जिन्नियां किसान जथेबंदियां ने ਉਹ ਵੀ ਇਹੀ ਕਹਿ ਰਹੀਆਂ ਨੇ ਕਿ ਅਗਰ ਅਸੀਂ ਪਰਾਲੀ ਜਿਹੜੇ ਆ ਦਿਲੋਂ ਨਹੀਂ ਸਾੜਦੇ ਅਸੀਂ ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਪਰਾਲੀ ਸਾੜੀਏ। ਸਾਨੂੰ ਵੀ ਪਤਾ ਹੈ ਕਿ ਸਾਡੀ ਜਿਹੜੀਆਂ ਅਗਲੀਆਂ ਜਨਰੇਸ਼ਨ ਆ ਰਹੀ ਆ ਉਹਦੇ ਲਈ ਇਹ ਬਹੁਤ ਜ਼ਿਆਦਾ ਖਤਰਨਾਕ ਆ ਤੇ ਜੇ ਉਹਨਾਂ ਲਈ ਖਤਰਨਾਕ ਆ ਅਸੀਂ ਵੀ ਨਹੀਂ ਸਾੜਨਾ ਚਾਹੁੰਦੇ। ਸਾਡੇ ਕੋਲ ਇਸ ਤੋਂ ਸਿਵਾਏ ਰਾਹ ਕੋਈ ਨਹੀਂ ਹੈਗਾ ਇਸ ਕਰਕੇ ਸਾਨੂੰ ਇਹ ਮਜਬੂਰਨ ਸਾੜਨੀ ਪੈਂਦੀ ਆ ਕਿਉਂਕਿ ਜਦੋਂ ਇਹਨੂੰ ਅਸੀਂ ਮਰਜ ਕਰਨਾ ਚਾਹੁੰਦੇ ਆ ਖੇਤ ਦੇ ਵਿੱਚ ਤਾਂ ਇਹ ਗਲਦੀ ਨਹੀਂ ਹੋਣ ਕਰਕੇ ਜਦੋਂ ਅਗਲੀ ਫਸਲ ਆਉਂਦੀ ਆ ਉਹਨੂੰ ਥੱਲਿਓਂ ਜਿਹੜਾ ਆ ਬਿਮਾਰੀਆਂ ਲੱਗਣ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਨੇ। ਉਹਦੇ ਵਿੱਚ ਕੋਰਟ ਨੇ ਵੀ ਇਹ ਕਿਹਾ ਸੀ ਕਿ ਜਾਂ ਤਾਂ ਤੁਸੀਂ ਗਵਰਨਮੈਂਟ ਨੂੰ ਕਿਹਾ ਸੀ ਕਿ ਤੁਸੀਂ ਇਦਾਂ ਦੇ ਸਾਧਨ ਪੈਦਾ ਕਰੋ ਕਿ ਤੁਸੀਂ ਇਹਨਾਂ ਨੂੰ ਸਬਸਿਡੀ ਦੇ ਉੱਤੇ ਜਿਹੜੀਆਂ ਨੇ ਉਹ ਸਾਧਨ ਦਿਓ ਤਾਂ ਕਿ ਜਿਹੜੇ ਨੇ ਕਿਸਾਨ ਆਪਣੀ ਪਰਾਲੀ ਨੂੰ ਸੰਭਾਲ ਸਕਣ। ਸੈਕੰਡ ਚਾਈਨਾ ਦੇ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਆ ਹੋਰ ਕੰਟਰੀਜ਼ ਤੋਂ ਜਿਹੜੀ ਆ ਦੇ ਵਿੱਚ ਇਦਾਂ ਦਾ ਕੀਤਾ ਜਾਂਦਾ ਆ ਤੇ ਜੇ ਆਪਾਂ ਗਵਰਨਮੈਂਟ ਜਿਹੜੀ ਆ ਸੱਚਮੁੱਚ ਲਈ ਸੀਰੀਅਸ ਆ ਤੇ ਕਿਸਾਨ ਨੂੰ ਕਹੇ ਕਿ ਤੁਹਾਡੀ ਪਰਾਲੀ ਜਿਹੜੀ ਆ ਤੁਸੀਂ ਸੰਭਾਲ ਕੇ ਤੁਸੀਂ ਵੇਚੋ ਅਸੀਂ ਤੁਹਾਡੀ ਪਰਾਲੀ ਖਰੀਦਣ ਲਈ ਤਿਆਰ ਆ ਉਹਦੇ ਤੋਂ ਅਸੀਂ ਬਿਜਲੀ ਪੈਦਾ ਕਰਾਂਗੇ ਜਾਂ ਹੋਰ ਗੱਤਾ ਆ ਜਾਂ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਫੈਕਟਰੀਆਂ ਲੱਗ ਸਕਦੀਆਂ ਉਹਨਾਂ ਉਹ ਚੀਜ਼ਾਂ ਕਿਉਂ ਨਹੀਂ ਤਿਆਰ ਕਰਦੇ? ਕੀ ਉਹ ਫੈਕਟਰੀਆਂ ਨਹੀਂ ਲੱਗ ਸਕਦੀਆਂ?
ਹੋਣਗੇ ਆਪਾਂ ਅੱਜ ਕੋਲੇ ਨੂੰ ਰੌਲੀ ਪਾਉਂਦੇ ਆ ਕੋਲਾ ਲੱਗਦਾ ਜੇ ਪਰਾਲੀ ਤੋਂ ਇਦਾਂ ਦੀਆਂ ਚੀਜ਼ਾਂ ਅਰੇਂਜ ਜਾਂ ਹੋਰ ਜਿਹੜਾ ਵੀ ਸਾਡੀ ਰਹਿੰਦ ਖੂੰਹਦ ਆ ਉਹਦੇ ਤੋਂ ਇਦਾਂ ਦੀਆਂ ਚੀਜ਼ਾਂ ਪੈਦਾ ਹੋਣ ਲੱਗ ਪੈਣ ਤਾਂ ਮੈਨੂੰ ਨਹੀਂ ਲੱਗਦਾ ਕਿ ਜੇ ਕਿਸਾਨ ਨੂੰ ਪਤਾ ਹੋਏਗਾ ਕਿ ਮੈਂ ਪਰਾਲੀ ਜਿਹੜੀ ਆ ਆਪਣੇ ਖੇਤ ਵਿੱਚੋਂ ਕੱਢਣ ਲਈ 1000-2000 ਰੁਪਈਆ ਜਿਹੜਾ ਇੱਕ ਖੇਤ ਦਾ ਉਹਨੂੰ ਖਰਚਦਾ ਆ ਤੇ ਮੈਨੂੰ 3000-4000 ਜਾਂ 3500 ਰੁਪਈਆ ਕੁਛ ਨਾ ਕੁਛ ਉੱਪਰ ਮਿਲ ਜਾਣਾ ਜਾਂ ਮੈਨੂੰ ਉਨੇ ਪੈਸੇ ਪੂਰੇ ਹੋ ਜਾਣੇ ਆ ਕਿਉਂ ਸਾੜੇਗਾ ਬਿਲਕੁਲ ਕਿਉਂ ਕਿ ਜਿਹੜਾ ਮਤਲਬ ਇਹਨਾਂ ਨੇ ਆਰਡੀਨੈਂਸ ਨਵਾਂ ਜਾਰੀ ਕੀਤਾ ਉਹ ਜਾਰੀ ਕਰਨ ਤੋਂ ਪਹਿਲਾਂ ਕੋਈ ਇਦਾਂ ਦਾ ਸਿੱਟਾ ਕੱਢਣਾ ਚਾਹੀਦਾ ਸੀ ਕਿ ਕਿਸਾਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਆਪਣੀ ਜਿਹੜੀ ਪਰਾਲੀ ਆ ਸਾੜਨ ਦੀ ਬਜਾਏ ਉਹਦਾ ਕੀ ਕਰ ਸਕਦੇ ਹੋ ਹਨਾ। ਗੱਲ ਇਹ ਆ ਕਿ ਇੱਕ ਤਰੀਕਾ ਹੁੰਦਾ ਆ ਹਰੇਕ ਚੀਜ਼ ਨੂੰ ਸਮਝਾਉਣ ਦਾ। ਇਸ ਟਾਈਮ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਮਨ ਦੇ ਵਿੱਚ ਸੈਂਟਰ ਸਰਕਾਰ ਲਈ ਬਹੁਤ ਜ਼ਿਆਦਾ ਗੁੱਸਾ ਜਿਹੜਾ ਆ ਉਹ ਵਧਿਆ ਹੋਇਆ ਆ। ਰੋਸ ਆ ਉਹਨਾਂ ਨੂੰ ਕਿ ਉਹਨਾਂ ਦੀ ਕੋਈ ਬਾਹ ਨਹੀਂ ਫੜ ਰਿਹਾ, ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ। ਉਹ ਆਪਣੇ ਆਪ ਨੂੰ ਜਿੱਦਾਂ ਆਪਾਂ ਕਹਿ ਸਕਦੇ ਹਾਂ ਨਾ ਕਿ ਕੋਈ ਮਾਈ ਬਾਪ ਹੈ ਨਹੀਂ ਹਨਾ ਤੇ ਅਨਾਥ ਜਿਹੜੇ ਆ ਉਹ ਆਪਣੇ ਆਪ ਨੂੰ ਫੀਲ ਕਰ ਰਹੇ ਨੇ ਕਿ ਮਾਈ ਬਾਪ ਜਿਹੜੀ ਗਵਰਨਮੈਂਟ ਹੁੰਦੀ ਆ ਉਹ ਆਪਣੇ ਜਿੰਨੇ ਸਾਡੇ ਦੇਸ਼ ਦੇ ਵਸਿੰਦੇ ਆ ਕੋਈ ਵੀ ਕੌਮ ਆ ਕੋਈ ਵੀ ਚੀਜ਼ ਆ ਕੋਈ ਵੀ ਕੰਮ ਕਰਨ ਵਾਲੇ ਫੈਕਟਰੀਆਂ ਵਾਲੇ ਉਹਨਾਂ ਦਾ ਮਾਈ ਬਾਪ ਜਿਹੜੀ ਆ ਸਰਕਾਰਾਂ ਹੁੰਦੀਆਂ ਨੇ। ਔਖੇ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਖੜਨਾ ਆ, ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਲੈ ਕੇ ਜਾਣਾ ਆ। ਜੇ ਕਿਤੇ ਕੁਝ ਹੁੰਦਾ ਆ ਤਾਂ ਆਪਾਂ ਬੈਠ ਕੇ ਉਹਨੂੰ ਸੋਲਵ ਕਰ ਸਕਦੇ ਆ ਲੇਕਿਨ ਸਰਕਾਰਾਂ ਗੱਲ ਨਹੀਂ ਸੁਣਦੀਆਂ ਪਈਆਂ। ਬਿਲਕੁਲ ਉਹ ਉੱਥੇ ਆ ਕੇ ਇਸੇ ਪਹਿਲਾਂ ਜਦੋਂ ਇੱਕ ਐਡੀ ਵੱਡੀ ਪਰੇਸ਼ਾਨੀ ਚੱਲਦੀ ਪਈ ਆ ਧਰਨੇ ਲੱਗ ਰਹੇ ਨੇ ਕਿਸਾਨ ਜਿਹੜੇ ਨੇ ਆਪਣਾ ਸੰਘਰਸ਼ ਆ ਉਹ ਕਰ ਰਹੇ ਨੇ ਉਹ ਤੋਂ ਉਸੇ ਟਾਈਮ ਇਹ ਮਤਲਬ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ। ਬਿਲਕੁਲ ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਬੇਸ਼ੱਕ ਕਿਸਾਨ ਸ਼ਬਦ ਨਹੀਂ ਯੂਜ਼ ਕੀਤਾ ਗਿਆ ਲੇਕਿਨ ਸਿੱਧੇ ਤੌਰ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਪ੍ਰਭਾਵਿਤ ਹੁੰਦੇ ਨੇ। ਗੁੱਸਾ ਤਾਂ ਪਹਿਲਾਂ ਹੀ ਮਨ ਦੇ ਵਿੱਚ ਆ। ਉਹਨਾਂ ਨੂੰ ਇਹ ਲੱਗਦਾ ਆ ਹੁਣ ਕਿ ਇਹ ਸਾਡੇ ਲਈ ਸਪੈਸ਼ਲ ਹੋਰ ਪ੍ਰੈਸ਼ਰ ਪਾਉਣ ਦੇ ਲਈ ਇਹ ਜਿਹੜਾ ਆ ਆਰਡੀਨੈਂਸ ਲਿਆਂਦਾ ਗਿਆ ਤੇ ਇਹ ਜਿਹੜੀ ਫਾਈਨ ਦੀ ਕੀਤੀ ਗਈ ਆ। ਹੁਣ ਉਹ ਤਾਂ ਕਹਿ ਰਹੇ ਨੇ ਕਿ ਠੀਕ ਹੈ ਸਾਨੂੰ ਭਾਵੇਂ ਸਾਰੀ ਉਮਰ ਜੇਲ੍ਹ ਸੜ ਦਿਓ ਭਾਵੇਂ ਫਾਂਸੀ ਤੇ ਲਾ ਦਿਓ ਬਿਲਕੁਲ ਵੀ ਅਸੀਂ ਤਾਂ ਫੂਕਾਂਗੇ ਜੀ ਫੂਕਾਂਗੇ ਤਾਂ ਕਿ ਉਹਨਾਂ ਤੋਂ ਉਸ ਬਗੈਰ ਰਾਹ ਨਹੀਂ ਹੈਗਾ। ਅਸੀਂ ਇਹ ਆ ਅਸੀਂ ਪਰਾਲੀ ਸਾੜਨ ਦੀ ਜਿਹੜੀ ਆ ਹਮਾਇਤ ਨਹੀਂ ਕਰਦੇ। ਅਸੀਂ ਵੀ ਕਹਿੰਦੇ ਆ ਕਿ ਨਹੀਂ ਸਾੜਨੀ ਚਾਹੀਦੀ ਲੇਕਿਨ ਸਰਕਾਰਾਂ ਨੂੰ ਇਹ ਚਾਹੀਦਾ ਆ ਕਿ ਇਹਦਾ ਹੱਲ ਕੀਤਾ ਜਾਵੇ। ਇਹਦੇ ਲਈ ਕੋਈ ਬਦਲਵਾਂ ਸਾਧਨ ਜਿਹੜਾ ਆ ਉਹ ਕੀਤਾ ਜਾਵੇ। ਜੇ ਮਸ਼ੀਨਰੀ ਲੱਗਦੀ ਆ ਤਾਂ ਸਰਕਾਰ ਨੂੰ ਸਬਸਿਡੀ ਦੇ ਉੱਤੇ ਜਿਹੜੀ ਕਿਸਾਨਾਂ ਨੂੰ ਆ ਉਹ ਮਸ਼ੀਨਰੀ ਪ੍ਰੋਵਾਈਡ ਕਰਵਾਉਣੀ ਚਾਹੀਦੀ ਆ। ਅਗਰ ਉਹਨਾਂ ਕੋਲ ਉਹ ਸਾਧਨ ਹੋਣਗੇ ਮਸ਼ੀਨਰੀ ਹੋਏਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਜਾਣਬੁੱਝ ਕੇ ਸਾੜੇਗਾ ਕਿਉਂਕਿ ਜਿਹੜਾ ਧੂਆਂ ਹੁੰਦਾ ਆ ਅੱਜ ਦੀ ਤਰੀਕ ਦੇ ਧੂਆਂ ਦੀ ਗੱਲ ਕਰੀਏ ਆਸ-ਪਾਸ ਕੋਈ ਐਸਥਮਾ ਦਾ ਪੇਸ਼ੈਂਟ ਹੋ ਸਕਦਾ ਹੋਰ ਚੀਜ਼ਾਂ ਦਾ ਹੋ ਸਕਦਾ ਸਾਹ ਦੀ ਕੋਈ ਹੋਰ ਪ੍ਰੋਬਲਮ ਬਾ ਹੋ ਸਕਦਾ। ਕਾਫੀ ਟਾਈਪ ਦੀਆਂ ਅਲਰਜੀਜ਼ ਹੈਗੀਆਂ ਨੇ ਕਈਆਂ ਨੂੰ ਇਸ ਚੀਜ਼ ਤੋਂ ਅਲਰਜੀ ਹੁੰਦੀ ਕਈ ਐਕਸੀਡੈਂਟ ਹੋ ਜਾਂਦੇ ਆ। ਅਜੇ ਕੱਲ ਪਰਸੋਂ ਦੀ ਗੱਲ ਆ ਕਿ ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ ਕੁਝ ਬੰਦਿਆਂ ਦੀ ਡੈਥ ਵੀ ਹੋਈ ਆ ਕਿ ਪਰਾਲੀ ਦੇ ਧੂਏ ਦੇ ਕਾਰਨ ਹੋਇਆ। ਲੇਕਿਨ ਸਰਕਾਰ ਨੂੰ ਉਹਦੇ ਤੇ ਪਹਿਲਾਂ ਸਖਤੀ ਕਰਨ ਦੇ ਨਾਲੋਂ ਉਹਦੇ ਲਈ ਸਾਧਨ ਕਰਨੇ ਚਾਹੀਦੇ ਆ ਕਿ ਬਈ ਆਪਾਂ ਕਿਸ ਤਰੀਕੇ ਨਾਲ ਇਹਦਾ ਹੱਲ ਕਰ ਸਕਦੇ ਹਾਂ। ਜਦੋਂ ਆਪਾਂ ਹੱਲ ਕੱਢਦੇ ਆ ਜੇ ਉਸ ਤੋਂ ਬਾਅਦ ਵੀ ਕੋਈ ਛੱਡਦਾ ਤਾਂ ਉੱਤੇ ਬਿਲਕੁਲ ਸਖਤੀ ਕਰਨੀ ਚਾਹੀਦੀ ਆ। ਅਸੀਂ ਉਹਦੇ ਨਾਲ ਸਹਿਮਤ ਆ। ਮੈਨੂੰ ਲੱਗਦਾ ਨਹੀਂਗਾ ਕਿ ਉਸ ਤੋਂ ਬਾਅਦ ਕੋਈ ਜਿਹੜੀ ਆ ਪਰਾਲੀ ਉਹ ਸਾੜੇਗਾ। ਬਿਲਕੁਲ ਤੇ ਸਰ ਅਸੀਂ ਗੱਲ ਪਰਾਲੀ ਦੀ ਕਰ ਰਹੇ ਹਾਂ ਨਾ ਬੇਸ਼ੱਕ ਜਿਹੜਾ ਆਰਡੀਨੈਂਸ ਪਾਸ ਕੀਤਾ ਗਿਆ ਉੱਥੇ ਕਿਸਾਨ ਸ਼ਬਦ ਤੁਸੀਂ ਕਹਿੰਦੇ ਕਿ ਨਹੀਂ ਲਾਇਆ ਗਿਆ ਪਰ ਅਸੀਂ ਵੀ ਜਾਣਦੇ ਕਿ ਕਿਸਾਨੀ ਜਿਹੜਾ ਕਰ ਰਿਹਾ ਉਹੀ ਫਸਲ ਬੀਜੂਗਾ ਉਹਨਾਂ ਕੋਲ ਹੀ ਪਰਾਲੀ ਹੋਊਗੀ ਹੈ ਨਾ। ਮੇਨ ਕਹਿ ਲਓ ਕਿ ਉਹਨਾਂ ਨੂੰ ਇਹ ਨਹੀਂ ਸ਼ੋ ਕੀਤਾ ਗਿਆ ਕਿ ਅਸੀਂ ਤੁਹਾਡੇ ਤੇ ਟੀਚਾ ਕੀਤਾ ਹੈ ਨਾ। ਤੇ ਜੇਕਰ ਧੂਏ ਦੀ ਗੱਲ ਕਰੀਏ ਪੋਲਿਊਸ਼ਨ ਦੀ ਗੱਲ ਕਰੀਏ ਗੱਡੀਆਂ ਚੋਂ ਪੋਲਿਊਸ਼ਨ ਕਿੰਨਾ ਨਿਕਲ ਰਿਹਾ ਧੂਏ ਦੇ ਨਾਲ ਹੈ ਨਾ ਫੈਕਟਰੀਆਂ ਚੋਂ ਨਿਕਲ ਰਿਹਾ ਤੇ ਫਿਰ ਜਦੋਂ ਦਿਨ ਤਿਉਹਾਰ ਹੁੰਦੇ ਆ ਪਟਾਕੇ ਵਜਾਏ ਜਾਂਦੇ ਆ ਉਹ ਸਾਰਾ ਸਾਲ ਇਹ ਲਗਾਤਾਰ ਜਾਰੀ ਰਹਿੰਦਾ ਜਦਕਿ ਕਿਸਾਨਾਂ ਵੱਲੋਂ ਸਿਰਫ ਸਾਲ ਦੇ ਵਿੱਚ ਇੱਕ ਵਾਰੀ ਜਿਹੜੀ ਪਰਾਲੀ ਉਹ ਸਾੜਨੀ ਹੁੰਦੀ ਆ। ਪਰ ਮੇਨ ਕਹਿ ਲਓ ਕਿ ਉਹਨਾਂ ਨੂੰ ਟੀਚਾ ਇਹਦੇ ਵਿੱਚ ਰੱਖਿਆ ਗਿਆ ਕੀ ਕਾਰਨ ਹੈ? ਇਹਦੇ ਵਿੱਚ ਦੇਖੋ ਇਹ ਆ ਕਿ ਜਿਹੜੀ ਪਰਾਲੀ ਆ ਉਹਦਾ ਤਾਂ ਚਲੋ ਇੱਕ ਸੀਜ਼ਨ ਦੇ ਵਿੱਚ ਆਉਂਦਾ ਜਦੋਂ ਬਾਰਿਸ਼ ਆਉਂਦੀ ਆ ਉਹ ਘਟ ਜਾਂਦੀ ਆ ਠੀਕ ਆ ਪੋਲਿਊਸ਼ਨ ਨਹੀਂ ਹੋਣਾ ਚਾਹੀਦਾ। ਸਾਡਾ ਅਗਰ ਵਾਤਾਵਰਨ ਸ਼ੁੱਧ ਹੋਏਗਾ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੀ ਇੱਕ ਤੰਦਰੁਸਤ ਹੋਏਗੀ ਤੇ ਉਸ ਹਿਸਾਬ ਨਾਲ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ। ਲੇਕਿਨ ਸੋਚਣ ਵਾਲੀ ਗੱਲ ਇਹ ਆ ਕਿ ਫੈਕਟਰੀਆਂ ਨੂੰ ਤਾਂ ਜਿਹੜੇ ਲਾਇਸੈਂਸ ਆ ਉਹ ਇੱਕ ਚੰਦ ਨੋਟਾਂ ਦੇ ਮਗਰ ਲਿਆ ਕੇ ਪੋਲਿਊਸ਼ਨ ਡਿਪਾਰਟਮੈਂਟ ਜਿਹੜੇ ਨੇ ਉਹ ਵੰਡਦੇ ਫਿਰਦੇ ਆ ਹੈ। ਫਿਰ ਉਹਦੀ ਗੱਲ ਕਰੀਏ ਕਿ ਜਿੰਨੀਆਂ ਗੱਡੀਆਂ ਆ ਤੁਸੀਂ ਦੇਖੋ ਮੈਂ ਗੱਡੀ ਦਾ ਪੋਲਿਊਸ਼ਨ ਕਰਾਉਣ ਜਾਂਦਾ ਕੋਈ ਚੈੱਕ ਕਰਦਾ ਉਹ ਪਿੱਛੇ ਲਾਉਂਦੇ ਗੱਡੀ ਦੀ ਫੋਟੋ ਖਿੱਚਦੇ ਆ ਚੱਕ ਕੇ ਪੋਲਿਊਸ਼ਨ ਦਾ ਸਰਟੀਫਿਕੇਟ ਹੱਥ ਫੜਾਉਂਦੇ ਆ 100 150 200 ਰੁਪਈਆ ਲੈ ਕੇ ਹਨਾ। ਜੇ ਇੰਨੀ ਸਖਤ ਆ ਸਰਕਾਰ ਤਾਂ ਜਦੋਂ ਪੋਲਿਊਸ਼ਨ ਗੱਡੀ ਦੇ ਵਿੱਚ ਨਿਕਲਦਾ ਦੇਖਣ ਜਿਹਨੇ ਉਹਨੂੰ ਸਰਟੀਫਿਕੇਟ ਦਿੱਤਾ ਉਹ ਤੇ ਸਜ਼ਾ ਹੋਣੀ ਚਾਹੀਦੀ ਕਾਰਵਾਈ ਕੀਤੀ ਜਾਵੇ। ਪਹਿਲਾਂ ਸਾਡੇ ਕੋਲ ਕਾਲਰ ਜੁੜੇ ਨੇ ਆਪਾਂ ਗੱਲ ਕਰ ਲੈਂਦੇ। ਹੈਲੋ ਹੈਲੋ ਜੀ ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਜੀ ਕੌਣ ਗੱਲ ਕਰ ਰਹੇ ਹੋ? ਮਨਜੀਤ ਸਿੰਘ ਰਾਏ ਕਰ ਰਿਹਾ ਜੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ। ਹਾਂਜੀ ਜਿਹੜਾ ਇਹ ਆਰਡੀਨੈਂਸ ਇੱਕ ਹੋਰ ਆਇਆ ਜੀ ਕਿ ਪਰਾਲੀ ਨੂੰ ਲੈ ਕੇ ਜਿਹੜਾ 1 ਕਰੋੜ ਦਾ ਫਾਈਨ ਤੇ ਨਾਲ ਦੀ ਨਾਲ 5 ਸਾਲ ਦੀ ਜੇਲ੍ਹ ਦਾ ਇਹਨਾਂ ਨੇ ਕਿਹਾ ਆ
ਜੀ ਅਸੀਂ ਅੱਜ ਚਰਚਾ ਕਰ ਰਹੇ ਸੀ ਕਿ ਪਰਾਲੀ ਤੋਂ ਇਲਾਵਾ ਹੋਰ ਕਿੰਨੇ ਪੋਲੂਸ਼ਨ ਦੇ ਰਾਹ ਨੇ ਜਿੱਥੋਂ ਪੋਲੂਸ਼ਨ ਹੁੰਦਾ ਉਹਨੂੰ ਰੋਕਣ ਲਈ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ, ਕਿ ਇਹ ਆਰਡੀਨੈਂਸ ਨੂੰ ਤੁਸੀਂ ਕਿੱਦਾਂ ਲੈਂਦੇ ਹੋ ਕਿਸਾਨ ਯੂਨੀਅਨ ਵੱਲੋਂ? ਦੇਖੋ ਜੀ, ਇਹ ਬਿਲਕੁਲ ਕਿਸਾਨ ਵਿਰੋਧੀ ਹੈ ਜੀ। ਦਰਅਸਲ ਇਹ ਜਿਹੜੀ ਨਰਿੰਦਰ ਮੋਦੀ ਸਰਕਾਰ ਹੈ ਉਹ ਇਹ ਕਹਿ ਸਕਦੇ ਆ ਕਿ ਪੰਜਾਬ 'ਚ ਇਸ ਦੇ ਭਖਦੇ ਅੰਦੋਲਨ ਦੇ ਵਿੱਚ ਇੱਕ ਬਦਲਾਖੋਰੀ ਦੀ ਨੀਤੀ ਨਾਲ ਹੈ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਆਖਿਆ ਕਿ ਤੁਸੀਂ ਕਿਸਾਨਾਂ ਨੂੰ ਇਦਾਂ ਦੇ ਜਿਹੜੀਆਂ ਸਬਸਿਡੀਆਂ ਦੇ ਕੇ ਯੰਤਰ ਮੁਹੱਈਆ ਕਰਾਉਣੇ ਸੀ ਤੁਸੀਂ ਨਹੀਂ ਕਰਾ ਸਕੇ, ਤੁਸੀਂ ਇੱਥੇ ਜਵਾਬ ਦਿਓ। ਇਹਨਾਂ ਨੇ ਟਾਈਮ ਲੈ ਕੇ ਉਹ ਸਾਰਾ ਬੋਝ ਜਿਹੜਾ ਕਿਸਾਨਾਂ ਤੇ ਪਾ ਦਿੱਤਾ। ਦੇਖੋ, ਤੁਸੀਂ ਪ੍ਰਦੂਸ਼ਣ ਦੀ ਗੱਲ ਕਰਦੇ ਆ ਜੀ, ਪ੍ਰਦੂਸ਼ਣ ਜਿਹੜਾ ਆ ਫੈਕਟਰੀ ਇੰਡਸਟਰੀ ਕਿੰਨੀ ਚੱਲ ਰਹੀ ਹੈ ਔਰ ਕਿੰਨੀਆਂ ਗੱਡੀਆਂ ਦਾ ਪ੍ਰਦੂਸ਼ਣ ਚੱਲ ਰਿਹਾ। ਔਰ ਦੇਖੋ ਜਿਹੜੀ ਹੁਣ ਦੁਸ਼ਹਿਰੇ ਤੇ ਰਾਵਣ ਦੇ ਕਿੰਨੇ ਕੁ ਪੁਤਲੇ ਫੂਕੇ ਗਏ ਆ, ਉਹ ਪ੍ਰਦੂਸ਼ਣ ਹੈ। ਉਹ ਤੇ ਕੋਈ ਰੋਕ ਨਹੀਂ ਜੀ। ਕੇਵਲ ਜੇ 5-6% ਦਾ ਪ੍ਰਦੂਸ਼ਣ ਕਿਸਾਨ ਕੋਲੋਂ ਆਉਂਦਾ ਹੈ ਤੇ ਉਹਨੂੰ ਇਹ ਐਡੀ ਵੱਡੀ ਸਜ਼ਾ ਕਿਉਂ? ਇੰਡਸਟਰੀ ਵਾਲਿਆਂ ਨੂੰ ਸਜ਼ਾ ਨਹੀਂ ਕਿਉਂ? ਜਿਹੜੇ ਰਾਵਣ ਫੂਕੇ ਜਾਂਦੇ ਉਹਨਾਂ ਨੂੰ ਕਿਉਂ ਸਜ਼ਾ ਨਹੀਂ? ਕਿਸਾਨ ਨੂੰ ਹੀ ਸਜ਼ਾ ਕਿਉਂ? ਜਿਹੜਾ 5% ਦਿੰਦਾ ਤੇ ਜਿਹੜਾ 95% ਸਾਲ ਦੇ ਵਿੱਚ ਆਕਸੀਜਨ ਪੈਦਾ ਕਰਕੇ ਦਿੰਦਾ ਹਰੀਆਂ ਫਸਲਾਂ ਤੋਂ, ਔਰ ਉਹਦੇ ਵਾਸਤੇ ਦੇਖੋ ਇਹ ਕਿੰਨੀ ਵੱਡੀ, ਇਹ ਕਹਿ ਸਕਦੇ ਆ ਤੇ ਕਿੰਨੀ ਮਾਰ ਮਾਰੀ ਹੈ ਸਰਕਾਰ ਨੇ। ਬੜਾ ਇਹ ਕਹਿ ਸਕਦੇ ਆ ਵੀ ਕਿਸਾਨਾਂ ਨੂੰ ਬਦਲਾਖੋਰੀ ਦੀ ਨੀਤੀ ਦੇ ਨਾਲ ਪੀੜਿਆ ਜਾ ਰਿਹਾ। ਕਿਸਾਨਾਂ ਪ੍ਰਤੀ ਕੋਈ ਸੰਜੀਦਾ ਨਹੀਂ ਹੈਗੀ ਸਰਕਾਰ। ਇਹ ਸਰਕਾਰ ਦੀਆਂ ਨਲੇਖੀਆਂ ਹੈ ਜੀ, ਮੈਂ ਤੇ ਇਹ ਕਹਿ ਸਕਦਾ ਜੀ। ਨਹੀਂ, ਜਿਹੜੇ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾਂਦੀ ਆ ਇਹ ਸ਼ੌਂਕ ਦੇ ਨਾਲ ਸਾੜੀ ਜਾਂਦੀ ਆ ਕਿ ਜੇ ਸਰਕਾਰ ਉਹਦਾ ਕੋਈ ਸਾਧਨ ਦੇਵੇ ਜਾਂ ਪਰਾਲੀ ਨੂੰ ਚੱਕ ਕੇ ਬਿਜਲੀ ਬਣਾਉਣ ਦੀ ਗੱਲ ਕਰੇ ਜਾਂ ਹੋਰ ਚੀਜ਼ਾਂ ਬਣਾਉਣ ਦੀ ਗੱਲ ਕਰੇ ਜਾਂ ਪਰਾਲੀ ਖਰੀਦੀ ਜਾਵੇ, ਤੇ ਕੀ ਫੇਰ ਵੀ ਕਿਸਾਨ ਜਿਹੜੇ ਸ਼ੌਂਕੀਆ ਤੌਰ ਦੇ ਉੱਤੇ ਪਰਾਲੀ ਸਾੜਨਗੇ? ਦਰਅਸਲ ਜੀ ਕਿਸਾਨ ਦੀ ਮਜਬੂਰੀ ਹੈ, ਅਗਲੀ ਫਸਲ ਬੀਜਣੀ ਹੁੰਦੀ ਆ ਤੇ ਸਰਕਾਰਾਂ ਜਿਹੜੀਆਂ ਆ ਗੱਲਾਂ ਤਾਂ ਕਰ ਜਾਂਦੀਆਂ ਵੱਡੀਆਂ ਵੱਡੀਆਂ ਕਿ ਅਸੀਂ ਜੀ ਮਸ਼ੀਨਰੀ ਮੁਹੱਈਆ ਕਰਾਵਾਂਗੇ ਜਿਹਦੇ ਨਾਲ ਇਹ ਪਰਾਲੀ ਖੇਤ 'ਚ ਵਾਹੀ ਜਾਵੇ, ਜਾਂ ਮਸ਼ੀਨਰੀ ਮੁਹੱਈਆ ਕਰਾਵਾਂਗੇ ਕਿ ਇਹਦੀਆਂ ਗੱਠਾਂ ਬੰਨ੍ਹ ਕੇ ਇਹ ਕਿਤੇ ਕੰਮ ਆ ਸਕੇ। ਪਰ ਉਹਦੇ ਵਾਸਤੇ ਸਰਕਾਰਾਂ ਦੀ ਨਲਾਇਕੀ ਆ, ਗੱਲਾਂ ਹੀ ਆ ਇਹਨਾਂ ਦੇ। ਉਹ ਜਿਵੇਂ ਕਿ ਨਰਿੰਦਰ ਮੋਦੀ ਜੀ ਦੇ ਜੁਮਲੇ ਹੁੰਦੇ, ਸਾਰੀਆਂ ਹੀ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਕਿ ਕਿਸਾਨਾਂ ਨੂੰ ਝੂਠੀਆਂ ਜਿਹੀਆਂ ਗੱਲਾਂ ਕਰਕੇ ਲੋਕਾਂ ਦੀ ਨਜ਼ਰ 'ਚ ਵੀ ਕਿਸਾਨਾਂ ਨੂੰ ਵੱਡੀ ਸਬਸਿਡੀ ਦੇ ਦਿੱਤੀ, ਮਸ਼ੀਨਰੀ ਦੇ ਦਿੱਤੀ। ਪਰ ਉਹ ਕੋਈ ਮਸ਼ੀਨਰੀ ਇਸ ਤਰ੍ਹਾਂ ਦੀ ਜਿਹੜੀ ਹਲੇ ਤੱਕ ਮੁਹੱਈਆ ਪੂਰੀ ਸਰਕਾਰ ਨਹੀਂ ਕਰਵਾ ਸਕੀ। ਕਿਤੇ ਟਾਵੇਂ ਸੰਦ ਦਿੱਤੇ ਗਏ ਆ ਪਰ ਉਹ ਵੀ ਪੂਰੇ ਨਹੀਂ ਮਿਲੇ ਲੋਕਾਂ ਨੂੰ, ਤੇ ਉਹਦੇ ਤੇ ਵੀ ਖਰਚਾ ਕਿਸਾਨ ਦਾ ਬਹੁਤ ਵੱਡਾ ਆਉਂਦਾ। ਇੱਕ ਖੇਤ ਦੇ ਮਗਰ ਜੇ ਪਰਾਲੀ ਉਹ ਖੇਤ ਦੇ ਵਿੱਚ ਵਾਹੁੰਦਾ ਤੇ 3 ਤੋਂ 4,000 ਰੁਪਈਆ ਪ੍ਰਤੀ ਏਕੜ ਉਹਦਾ ਡੀਜ਼ਲ ਵੱਧ ਲੱਗਦਾ, ਖਰਚਾ ਵੱਧ ਆਉਂਦਾ। ਤੇ ਉਹਦੇ ਬਾਰੇ ਤਾਂ ਸਰਕਾਰਾਂ ਦੀ ਕੋਈ ਪਾਲਿਸੀ ਨਹੀਂ ਹੈ। ਉਹਦੇ ਬਾਰੇ ਤਾਂ ਅਸੀਂ ਕਈ ਵਾਰ ਮੰਗ ਕਰ ਚੁੱਕੇ ਹਾਂ ਕਿ ਤੁਸੀਂ ਸਾਨੂੰ 200 ਰੁਪਈਆ ਕੁਇੰਟਲ ਬੋਨਸ ਦਿਓ। ਉਹ 200 ਨਹੀਂ 100 ਹੀ ਦੇ ਦੇਣ ਤਾਂ ਕਿਸਾਨ ਉਹਨੂੰ ਖੇਤ ਦੇ ਵਿੱਚ ਉਹਦਾ ਕੋਈ ਹੱਲ ਕੱਢ ਸਕਦਾ। ਪਰ ਇਹ ਨੀਤੀ ਹਜੇ ਤੱਕ ਸਰਕਾਰਾਂ ਕੋਲ ਬਣ ਨਹੀਂ ਸਕੀ। ਸਿਰਫ ਇੱਕੋ ਹੀ ਕੰਮ ਜਾਣਦੇ ਆ ਵੀ ਡੰਡੇ ਦੇ ਜ਼ੋਰ ਨਾਲ। ਆ ਤੁਸੀਂ ਵੇਖਿਆ ਹੋਊਗਾ ਕੱਲ ਸੋਮ ਪ੍ਰਕਾਸ਼ ਇਹ ਕਹਿੰਦਾ ਕਿ ਸਰਕਾਰਾਂ ਕਰਨਗੀਆਂ ਕੋਈ ਕਿਸਾਨ ਪਾਵਰ ਹਾਊਸ ਨੇ। ਇਹ ਦੇਖੋ ਕਿੰਨਾ ਦੀ ਇਹਨਾਂ ਦੀ ਸੋਚ ਹੈ। ਮੰਦਭਾਗੀ ਗੱਲ ਹੈ ਵੀ ਇਹ ਬੀਜੇਪੀ ਸਰਕਾਰ ਜਿਹੜੀ ਸੈਂਟਰ 'ਚ ਬੈਠੀ ਹੈ, ਇਹ ਪੰਜਾਬ ਸਰਕਾਰ ਦਾ ਹੱਥ ਖੜੇ ਕੀਤੇ ਹੋਈ ਆ ਵੀ ਸਾਡਾ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ। ਪਰ ਜਿਹੜੀ ਸੈਂਟਰ ਸਰਕਾਰ ਹੈ ਉਹ ਇਦਾਂ ਦੀ ਨਲਾਇਕ ਸਰਕਾਰ ਅੱਜ ਤੱਕ ਅਸੀਂ ਨਹੀਂ ਵੇਖੀ ਵੀ ਜਿਹੜੀ ਕਿਸਾਨਾਂ ਦੇ ਪ੍ਰਤੀ ਇਦਾਂ ਦਾ ਰੁਖ ਅਪਣਾਇਆ ਹੋਵੇ। ਸਾਰਾ ਹੀ ਕਿਸਾਨ ਸਮੁੱਚਾ ਭਾਰਤ ਦੇਸ਼ ਦਾ ਸੜਕਾਂ ਤੇ ਆਉਣ ਨੂੰ ਫਿਰਦਾ, ਪਰ ਇਹ ਕਿਸਾਨਾਂ ਬਾਰੇ ਆ ਹੋਰ ਇੱਕ ਉੱਪਰ ਤੋਂ ਉੱਪਰ ਡਿਕਟੇਟਰ ਟਾਈਪ ਦੇ ਜਿਹੜੇ ਫੈਸਲੇ ਆ ਥੋਪੀ ਜਾਂਦੇ ਆ ਵੀ ਜਿਹੜਾ ਫੈਸਲਾ ਆਪੂ ਦੇਖਦੇ, ਜਿਹੜਾ ਸਰਕਾਰ ਨੂੰ ਲੱਗਦਾ ਕਿ ਸਾਡੇ ਪੱਖੀ ਆ, ਸਾਨੂੰ ਵੱਧ ਖਰਚਾ ਨਾ ਕਰਨਾ ਪਵੇ, ਉਹ ਕਿਸਾਨਾਂ ਤੇ ਥੋਪ ਦਿਓ। ਇਹ ਬੜੀ ਨਲਾਇਕੀ ਵਾਲੀ ਗੱਲ ਹੈ। ਕਿਸਾਨਾਂ ਤੋਂ ਇਹ ਕੰਮ ਨਹੀਂ ਹੋਣਾ ਵੀ ਕਿਸਾਨ ਸਾਰੇ ਜਿਹੜਾ ਪਰਾਲੀ ਨੂੰ ਸਾਂਭ ਸਕਣ। ਇਹ ਕਿਸਾਨਾਂ ਨੂੰ ਅੱਗ ਲਾਉਣੀ ਪੈਣੀ ਹੈ। ਇਹ ਜਿਹੜੀ ਇਹ ਗੱਲ ਕਰਦੇ ਸਜ਼ਾ ਵਾਲੀ 1 ਕਰੋੜ ਵਾਲੀ, ਤੁਸੀਂ ਮੈਨੂੰ ਇਹ ਦੱਸਿਓ ਜੀ ਵੀ ਜੇਕਰ ਕਿਸਾਨ ਦੇ ਕੋਲ ਮੰਨ ਲਓ 3-4 ਏਕੜ ਦਾ ਤੇ ਮਾਲਕ ਹੈ, ਇਸ ਵੇਲੇ ਜ਼ਮੀਨ ਤੇ ਜਿਹੜੀ ਕੀਮਤ ਉਹਦੀ ਜ਼ਮੀਨ ਦੀ ਕੀਮਤ ਉਹਦੀ 10-12 ਲੱਖ ਤੋਂ ਕਿੱਲੇ ਤੋਂ ਉੱਪਰ ਹੈ ਨਹੀਂ, ਥੱਲੇ ਚਲੀ ਗਈ। ਇਹ ਕਿੱਥੋਂ ਕਰੋੜ ਵਸੂਲਣਾ ਇਹਨਾਂ ਨੇ? ਕਿਸਾਨਾਂ ਦਾ ਤਾਂ ਉਹ ਵੀ ਜ਼ਮੀਨਾਂ ਪਲੱਜ ਪਈਆਂ ਬੈਂਕਾਂ ਦੇ ਕੋਲ। ਇਹ ਐਵੇਂ ਜਿਹੜੀਆਂ ਗੱਲਾਂ ਮੈਂ ਕਹਿ ਦੇਵਾਂ ਨਾ ਹੋਣੇ ਵਾਲੀਆਂ, ਕੋਈ ਸੋਚ ਵਿਚਾਰ ਹੀ ਹੈ ਨਹੀਂ ਇਸ ਸਰਕਾਰ ਦੀ, ਉਦਾਂ ਦੇ ਫੈਸਲੇ ਲਾਗੂ ਕਰਾ ਰਹੇ ਨੇ। ਇਹ ਲੱਗਦਾ ਇਹ ਆ ਵੀ ਕਿਸਾਨਾਂ ਨੂੰ ਪੀੜਨੇ ਦਾ ਹੀ ਨਹੀਂ ਮਨ ਬਣਾ ਲਿਆ ਤੇ ਕਿਸਾਨਾਂ ਦਾ ਖੂਨ ਤੇ ਪਾਣੀ ਸਭ ਨਿਚੋੜ ਕੇ ਸਿੱਟ ਦੇਣਾ। ਕਿਸਾਨ ਆਤਮ ਹੱਤਿਆ ਕਰਦਾ ਸੀ, ਹੁਣ ਇਹ ਨਹੀਂ ਉਦਾਂ ਹੀ ਮਾਰ ਦੇਣੇ ਜੀ। ਤੇ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਸੀ ਉਹਦੇ ਉੱਤੇ ਕੋਈ ਸਕਾਰਾਤਮਕ ਗੱਲ ਜਿਹੜੀ ਆ ਉਹ ਸ਼ੁਰੂ ਹੋਈ ਆ ਕਿ ਕੋਈ ਡਿਸਕਸ਼ਨ ਜਾਂ ਕਿਸੇ ਤਰੀਕੇ ਲੱਗਦਾ ਹੋਵੇ ਕਿ ਕੋਈ ਗੱਲਬਾਤ ਸੈਂਟਰ ਦੇ ਨਾਲ ਹੋ ਕੇ ਇਹ ਪਾਰ ਹੋ ਸਕਦਾ? ਦੇਖੋ ਜੀ, ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਸੈਂਟਰ ਦੀ ਕੋਸ਼ਿਸ਼ ਚਾਹੀਦੀ ਆ ਵੀ ਸੈਂਟਰ ਕਰਦੀ ਕੋਸ਼ਿਸ਼। ਇੱਕ ਮਤਰੇਈ ਮਾਂ ਵੀ ਨਹੀਂ ਇੰਨਾ
ਬੁਰਾ ਵਿਵਹਾਰ ਕਰਦੀ ਵੀ ਜੋ ਇਸ ਵੇਲੇ ਇਹ ਹਰਿਆਣਾ ਪੰਜਾਬ ਬਾਕੀ ਕਿਸਾਨਾਂ ਨਾਲ ਇਹ ਜਿਹੜੀ ਭਾਰਤ ਸਰਕਾਰ ਕਰ ਰਹੀ ਹੈ। ਇਹ ਦੇਖੋ ਤੁਸੀਂ ਵੀ ਅੰਦੋਲਨ ਚੱਲਦੇ ਨੂੰ 2-2.5 ਮਹੀਨੇ ਹੋਇਆ, 1 ਮਹੀਨੇ ਤੋਂ ਲੋਕ ਪਟੜੀਆਂ ਤੇ ਬੈਠੇ ਆ, ਸੜਕਾਂ ਤੇ ਬੈਠੇ ਆ, ਸਟੇਸ਼ਨਾਂ ਤੇ ਬੈਠੇ ਆ, ਟੋਲ ਪਲਾਜ਼ਿਆਂ ਤੇ ਬੈਠੇ, ਪੰਪਾਂ ਤੇ ਬੈਠੇ ਆ। ਔਰ ਇਹ ਵੇਖੋ ਵੀ ਇਹ ਸਰਕਾਰ ਦੇ ਜੂੰ ਨਹੀਂ ਸਰਕ ਰਹੀ ਜੀ। ਉਦਾਂ ਗੱਲਾਂ ਇਹਨਾਂ ਦੇ ਕਹੀ ਜਾਂਦੇ ਜੀ ਮੰਤਰੀ। ਕੱਲ ਵੀ ਸੋਮ ਪ੍ਰਕਾਸ਼ ਜੀ ਨੇ ਕਿਹਾ ਉਹਦੇ ਵਿੱਚ ਬਿਆਨ 'ਚ ਵੀ ਕੌਣ ਸਾਡੇ ਨਾਲ ਗੱਲ ਕਰਨ, ਕਿੱਥੇ ਕਰਨ ਜੀ ਗੱਲ। ਦਿੱਲੀ ਗਏ ਤਾਂ ਕਿਸਾਨਾਂ ਨੇ ਨਹੀਂ ਗੱਲ ਨਹੀਂ ਕੀਤੀ ਜੀ, ਉੱਥੇ ਇਹਨਾਂ ਦਾ ਕੋਈ ਮੰਤਰੀ ਨਹੀਂ ਆਇਆ। ਆਪ ਸੱਦ ਕੇ ਨਹੀਂ ਇਹ ਮਿਲਦੇ ਤੇ ਕਿਸਾਨਾਂ ਦੇ ਮਗਰ ਕਿੱਥੇ ਕਿੱਥੇ ਭੱਜੇ ਫਿਰਨ ਜੀ। ਇਹ ਤਾਂ ਇਹਨਾਂ ਨੂੰ ਹੁਣ ਕਿਸਾਨ ਦੱਸਣਗੇ ਜਦੋਂ ਵੋਟਾਂ ਆਉਣਗੀਆਂ। ਇਹ ਜਿਹੜੇ ਸੋਮ ਪ੍ਰਕਾਸ਼ ਵਰਗੇ ਮੰਤਰੀ ਬਿਆਨ ਦੇ ਰਹੇ ਆ, ਇਹ ਵੋਟਾਂ ਵੇਲੇ ਫਿਰ ਕਿਸਾਨ ਇਹਨਾਂ ਨੂੰ ਹੁਣ ਦੱਸਣਗੇ ਵੀ ਭਾਈ ਕਿਸ ਭਾਅ ਬੀਜਦੀ ਆ। ਅੰਦੋਲਨ ਤਾਂ ਸਾਡਾ ਇੰਜ ਚੱਲੇਗਾ ਹੀ, ਅਸੀਂ ਇਹ ਪਿੱਛੇ ਹਟਣ ਵਾਲੇ ਨਹੀਂ। ਪੰਜਾਬ ਦੇ ਕਿਸਾਨ ਇਹ ਬਿਲਕੁਲ ਇਹ ਗੱਲ ਤਹੀਆ ਕਰ ਲਿਆ ਪੰਜਾਬ ਦੇ ਕਿਸਾਨਾਂ ਨੇ ਕਿ ਜੋ ਮਰਜ਼ੀ ਇਹਦਾ ਰਿਜ਼ਲਟ ਨਿਕਲੇ ਪਰ ਆਪਣਾ ਅੰਦੋਲਨ ਵਾਪਸ ਨਹੀਂ ਲਵਾਂਗੇ ਜਿੰਨਾ ਚਿਰ ਨਰਿੰਦਰ ਮੋਦੀ ਆਪਣਾ ਫੈਸਲਾ ਇਹ ਵਾਪਸ ਨਹੀਂ ਲੈਂਦੇ। ਠੀਕ ਹੈ, ਧੰਨਵਾਦ ਜੀ ਕਾਲ ਕਰਨ ਲਈ ਜੀ। ਧੰਨਵਾਦ ਜੀ। ਬੜੇ ਵਧੀਆ ਵਿਚਾਰ ਉਹਨਾਂ ਨੇ ਆਪਣੇ ਰੱਖੇ ਨੇ, ਡੀਪ ਜਿਹੜੀਆਂ ਅਸੀਂ ਗੱਲਾਂ ਵੀ ਲੰਬੀ ਗੱਲ ਤਾਂ ਹੀ ਲੈ ਗਿਆ ਕਿ ਜਿਹੜੇ ਆ ਕਿਸਾਨ ਆਗੂ ਨੇ ਤੇ ਜਿਹੜੀ ਸਹੀ ਦਰਦ ਆ ਕਿਸਾਨਾਂ ਦਾ ਉਹ ਇਹ ਦੱਸ ਸਕਦੇ ਨੇ ਜੀ। ਤੇ ਸਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਹੁਣ ਆਰਡੀਨੈਂਸ ਚਲੋ ਉਹਨਾਂ ਨੇ ਲਾਗੂ ਕਰ ਦਿੱਤਾ, ਕੇਂਦਰ ਵੱਲੋਂ ਲਾਗੂ ਕਰਤਾ, ਕਹਿ ਲਓ ਕਿ ਹੁਣ ਸਾਨੂੰ ਮੰਨਣਾ ਪੈਣਾ ਹੈ ਨਾ। ਪਰ ਹਮੇਸ਼ਾ ਹੀ ਹਰੇਕ ਸਾਲ ਜਦੋਂ ਫਸਲ ਦੀ ਕਟਾਈ ਹੁੰਦੀ ਹੈ, ਜਦੋਂ ਪਤਾ ਕਿ ਹੁਣ ਪਰਾਲੀ ਨੂੰ ਅੱਗ ਲਾਉਣੀ, ਉਦੋਂ ਹੀ ਇਹ ਮੁੱਦਾ ਕਿਉਂ ਯਾਦ ਆਉਂਦਾ? ਉਹ ਤੋਂ ਪਹਿਲਾਂ ਪੂਰਾ ਸਾਲ ਹੁੰਦਾ, ਤੁਸੀਂ ਪੂਰਾ ਸਾਲ ਹੁੰਦਾ, ਬਿਲਕੁਲ। ਤੁਸੀਂ ਹਰੇਕ ਸਾਲ ਇਸ ਟੌਪਿਕ ਨੂੰ ਚੱਕਦੇ ਆ। ਹੁਣ ਜੇ ਆਪਾਂ ਕਣਕ ਦੀ ਗੱਲ ਕਰਦੇ ਆ, ਜਿਹੜੀ ਉਹਦੀ ਨਾੜ ਹੁੰਦੀ ਆ, ਉਹਦੀ ਤੂੜੀ ਬਣ ਜਾਂਦੀ ਆ। ਤੂੜੀ ਫਿਰ 3-4 ਰੁਪਏ ਜਾਂ 5 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਜਾਂਦੀ ਆ ਹਨਾ, ਉਹ ਉੱਥੇ ਕੰਮ ਆ ਜਾਂਦੀ ਆ। ਹੁਣ ਜਿਹੜੀ ਪਰਾਲੀ ਆ ਉਹ ਕਿਤੇ ਕੰਮ ਨਹੀਂ ਆਉਂਦੀ ਉੱਥੇ, ਜਾਂ ਤਾਂ ਬਿਲਕੁਲ ਉਹੀ ਗੱਲ ਆ ਕਿ ਉਹਨੂੰ ਕਿੱਥੇ ਯੂਜ਼ ਹੋਣਾ। ਉਹਦੇ ਲਈ ਗਵਰਨਮੈਂਟ ਨੂੰ ਕੋਈ ਨਾ ਕੋਈ ਹੱਲ ਕਰਨੇ ਚਾਹੀਦੇ ਆ। ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ, ਸਾਰੀ ਦੁਨੀਆ ਦੇ ਵਿੱਚ ਜਿਹੜਾ ਇਹਦਾ ਹੱਲ ਕੀਤਾ ਜਾਂਦਾ ਹੈ। ਤੇ ਇੰਡੀਆ ਦੇ ਵਿੱਚ ਇੰਡੀਆ ਗਵਰਨਮੈਂਟ ਨੂੰ ਜਿਹੜਾ ਚਾਹੀਦਾ ਕਿ ਉਹਦੇ ਉੱਤੇ ਕੋਈ ਨਾ ਕੋਈ ਪ੍ਰੋਜੈਕਟ ਲਿਆ ਕੇ ਉਹਨੂੰ ਕਿਤੇ ਨਾ ਕਿਤੇ ਯੂਜ਼ ਕਰਨ ਦੇ ਲਈ ਉਹਦਾ ਕੋਈ ਸਾਧਨ ਕੱਢੇ। ਕਿਉਂਕਿ ਕਿਸਾਨਾਂ ਨੂੰ ਵੀ ਪਤਾ ਕਿ ਹਰੇਕ ਸਾਲ ਇੱਕ ਕਹਿ ਲਓ ਟੌਫੀ ਦੇ ਵਾਂਗ ਕੋਈ ਨਾ ਕੋਈ ਇਹਦਾ ਰੱਖ ਦਿੱਤਾ ਜਾਂਦਾ ਹੈ। ਜਿਵੇਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਮਤਲਬ ਪ੍ਰਤੀ ਏਕੜ ਪਤਾ ਨਹੀਂ 3000 ਰੁਪਈਆ ਸਮਥਿੰਗ ਇਦਾਂ ਕੁਝ ਦਵਾਂਗੇ ਕਿਸਾਨਾਂ ਨੂੰ ਹਨਾ, ਤੇ ਉਹ ਵੀ ਖੂਹ ਖਾਤੇ ਪੈ ਗਿਆ, ਉਹਦਾ ਵੀ ਕੋਈ ਕਹਿ ਲਓ ਕਿਤਾਬੀ ਇਹਨਾਂ ਨੇ ਸਿੱਟਾ ਨਹੀਂ ਕੱਢਿਆ ਹਨਾ। ਸੋ ਸਾਡੇ ਨਾਲ ਕਾਲਰ ਜੁੜੇ ਨੇ, ਅਸੀਂ ਆਪਣੀ ਗੱਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸੁਜੀਤ ਸਿੰਘ ਬੋਲ ਰਿਹਾ ਜੀ, ਪੰਜਾਬ ਦੇ ਲੰਡਨ ਤੋਂ। ਹਾਂਜੀ ਹਾਂਜੀ, ਘੁੰਮਣ ਸਾਹਿਬ ਕੀ ਹਾਲ ਚਾਲ ਜੀ? ਬਸ ਵੀ ਐਨ ਠੀਕ ਠਾਕ ਹੈ ਜੀ, ਤੁਸੀਂ ਸੁਣਾਓ? ਬਸ ਠੀਕ ਹੈ ਜੀ। ਤੇ ਅੱਜ ਜਿਹੜਾ ਸਾਡਾ ਮੁੱਦਾ ਸੀ ਉਹ ਕਿਸਾਨਾਂ ਦਾ ਸੀ, ਜਿਹੜਾ ਪਰਾਲੀ ਦੇ ਉੱਤੇ ਆਰਡੀਨੈਂਸ ਆਇਆ ਆ। ਸੈਕੰਡ ਸੀ ਕਿ ਜਿਹੜੀ ਸੈਕੰਡ ਵੇਵ ਯੂਰਪ ਔਰ ਯੂਕੇ ਕੈਨੇਡਾ ਦੇ ਵਿੱਚ ਸਾਰੇ ਆਈ ਆ, ਉਹਨੂੰ ਲੈ ਕੇ ਸੀ। ਆਪਾਂ ਪਹਿਲਾਂ ਗੱਲ ਕਰਦੇ ਆ ਕਿ ਜਿਹੜੀ ਕਿਸਾਨਾਂ ਦਾ ਮੁੱਦਾ ਪੰਜਾਬ ਦੇ ਵਿੱਚ ਚੱਲਦਾ ਪਿਆ ਆ। ਕਿਸਾਨ ਪਿਛਲੇ 1 ਮਹੀਨੇ ਤੋਂ ਪਟੜੀਆਂ ਤੇ ਬੈਠੇ ਨੇ, ਪੈਟਰੋਲ ਪੰਪਾਂ ਤੇ ਬੈਠੇ ਨੇ, ਟੋਲ ਪਲਾਜ਼ਿਆਂ ਤੇ ਬੈਠੇ ਨੇ। ਬੜਾ ਤਿੱਖਾ ਸੰਘਰਸ਼ ਜਿਹੜਾ ਚੱਲਦਾ ਪਿਆ, ਬੜਾ ਜ਼ਿਆਦਾ ਰੋਸ ਆ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਅੰਦਰ। ਜਿਹੜੇ ਸਾਡੇ NRI ਵੀਰ ਨੇ, ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਾਂ ਕਿਸਾਨੀ ਨਾਲ ਜੁੜੇ ਹੋਏ ਨੇ, ਉਹਨਾਂ ਦਾ ਇਸ ਸਾਰੇ ਸੰਘਰਸ਼ ਨੂੰ ਲੈ ਕੇ ਕੀ ਸੋਚਣੀ ਜੀ? ਉਹਦੇ ਵਿੱਚ ਪਹਿਲਾਂ ਮੈਂ ਦੱਸ ਦਿੰਦਾ, ਸਾਡੇ ਇੱਥੇ ਸਰਵੇਖਣ ਹੋਇਆ ਸੀਗਾ ਜਿਹਦੇ ਵਿੱਚ ਇਹ ਪਤਾ ਲੱਗਾ ਹੈਗਾ ਕਿ 90% ਜਿਹੜੇ NRI ਆ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਪੰਜਾਬ ਦੇ ਵਿੱਚ ਜ਼ਮੀਨ ਆ ਉਹਦੇ ਨਾਲ ਸੰਬੰਧ ਹੈਗਾ। ਸੋ ਜਿਹੜੇ 90% ਆ ਉਹ ਸਾਰਿਆਂ ਨੂੰ ਹੀ ਕੰਸਰਨ ਕਰਦਾ ਹੈਗਾ। ਪਰ ਲੇਕਿਨ ਕਿਉਂਕਿ ਵੱਖਰੀਆਂ ਵੱਖਰੀਆਂ ਰਿਪੋਰਟਾਂ ਆ ਰਹੀਆਂ ਹੈਗੀਆਂ ਕਿ ਜੀ ਆਰਡੀਨੈਂਸ ਸਰਵੇ ਦੇ ਵਿੱਚ ਆ ਹੈਗਾ ਜਾਂ ਆ ਹੈ ਨਹੀਂਗਾ, ਅਜੇ ਤੱਕ ਕੋਈ NRI ਨੂੰ ਪਤਾ ਨਹੀਂ ਲੱਗਾ ਕਿ ਕਲੀਅਰ ਪਿਕਚਰ ਕੀ ਹੈਗੀ ਆ। ਜਦ ਵੀ ਤੁਸੀਂ ਕਿਸੇ ਵੱਖਰੇ ਵੱਖਰੇ ਆਰਗੇਨਾਈਜੇਸ਼ਨ ਦੇ ਨਾਲ ਪੰਜਾਬ ਦੇ ਵਿੱਚ ਗੱਲ ਕਰਦੇ ਆ ਨਾ, ਸੋ ਜਿਹੜੇ ਜਵਾਬ ਆ ਉਹ ਵੱਖਰੇ ਵੱਖਰੇ ਆ ਰਹੇ ਆ। ਸੋ ਅਜੇ ਬਹੁਤ ਹੀ ਇੱਥੇ ਦੁਬਿਧਾ 'ਚ ਜਿਹੜੇ ਪਏ ਹੈਗੇ ਆ ਉਹ ਹੈਗੇ ਆ। ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹਦੇ ਹਿਸਾਬ ਦੇ ਨਾਲ ਜਿਹੜੇ NRI ਆ ਉਹ ਬਹੁਤ ਚਿੰਤਾ ਵਿੱਚ ਨੇ। ਤੇ ਇੱਥੇ ਰੈਲੀਜ਼ ਵੀ ਹੋਈਆਂ ਹੈਗੀਆਂ, MPs ਦੇ ਨਾਲ ਗੱਲ ਵੀ ਕੀਤੀ ਹੈਗੀ ਆ, ਸਿੱਖ ਫੈਡਰੇਸ਼ਨ UK ਨੇ ਉਹਨਾਂ ਦੇ ਬਾਰੇ ਕੀਤੀ ਹੈਗੀ ਆ। ਪਰ ਲੇਕਿਨ ਅਜੇ ਕੋਈ ਕਲੀਅਰ ਪਿਕਚਰ ਨਹੀਂ ਆ ਰਹੀ ਕਿ ਅਸਲੀ ਰੂਪ ਕੀ ਹੈਗਾ। ਜਿਹੜੀਆਂ ਹਵਾ 'ਚ ਗੱਲਾਂ ਜਿਹਨੂੰ ਆਪਾਂ ਕਹਿ ਦਈਦਾ ਉਹ ਜ਼ਿਆਦਾ ਦਿਸ ਰਹੀਆਂ ਹੈਗੀਆਂ ਕਿ ਆ ਜੀ ਫਿਰ ਇੱਦਾਂ ਹੋ ਜਾਣੀ ਤੇ ਉਹ ਫਿਰ ਇੱਦਾਂ ਹੋ ਜਾਣੀਆਂ। ਜਿਹੜੇ ਕਿਸਾਨ ਆ ਉਹ ਆਪਣੀ ਖੇਤੀ ਦੇ ਵਿੱਚ ਆਪੇ ਹੀ ਮਜ਼ਦੂਰ ਹੋਣਗੇ
ਸੋ ਇਹ ਗੱਲਾਂ ਹੈਗੀਆਂ, ਪਰ ਚਿੰਤਾ ਸਾਰਿਆਂ ਨੂੰ ਹੈਗੀ ਆ। ਚਿੰਤਾ ਸਾਰਿਆਂ ਨੂੰ ਹੈਗੀ ਆ, ਸੋਚ ਜਿਹੜੀ ਆ ਉਹ ਜੁੜੀ ਹੋਈ ਆ ਕਿ ਪੰਜਾਬ ਦਾ ਕੀ ਬਣੇਗਾ, ਪੰਜਾਬ ਦੇ ਵਿੱਚ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚੋਂ ਅਗਰ ਆਪਾਂ ਗੱਲ ਕਰਦੇ ਪੰਜਾਬੀਆਂ ਦੀ ਬਾਹਰ ਜਾਣ ਨੂੰ ਤੇਜ਼ ਨੇ, ਪੰਜਾਬੀਆਂ ਨੇ ਬਾਹਰ ਜਾ ਕੇ ਭਾਵੇਂ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੀ ਜਗ੍ਹਾ ਦੇ ਉੱਤੇ ਜਿਹੜਾ ਆਪਣੀ ਪੂਰੇ ਜਿੱਤ ਦੇ ਝੰਡੇ ਜਿਹੜੇ ਆ ਉੱਥੇ ਗੱਡੇ ਹੋਏ ਨੇ। ਤੇ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਹੋਰ ਇਹ ਵੇਵ ਆਏਗੀ ਕਿ ਜਿਹੜੇ ਰਹਿੰਦੇ ਆ ਉਹਨਾਂ ਕਹਿੰਦੇ ਯਾਰ ਛੱਡੋ ਇੱਥੋਂ ਨਿਕਲ ਜਾਓ? ਜਿਹੜੀ ਇਸ ਵੇਲੇ ਰਿਪੋਰਟ ਆ ਰਹੀ ਆ, ਜਿਹੜੀ ਇੱਥੋਂ ਹੈਗੀ ਆ, ਜਦੋਂ ਪੰਜਾਬ ਦੀ ਤੇ ਵੀ ਗੱਲ ਹੁੰਦੀ ਆ, ਉਹਦੇ ਵਿੱਚ ਇਹ ਲੋਕੀ ਕਹਿ ਰਹੇ ਹੈਗੇ ਆ ਕਿ ਜਿਸ ਤਰ੍ਹਾਂ ਮੈਂ ਛੋਟਾ ਹੁੰਦਾ ਪੰਜਾਬ ਤੋਂ ਬਾਹਰ ਗਿਆ ਸੀਗਾ, ਜਿਹੜੇ ਗਾਹਾਂ ਸਾਡੇ ਬੱਚੇ ਆ ਨਾ, ਉਹਨਾਂ ਦਾ ਪੰਜਾਬ ਦੇ ਨਾਲ ਲਗਾਅ ਬਹੁਤ ਘੱਟ ਹੋਣਾ। ਕਿਉਂਕਿ ਅਗਰ ਤੁਸੀਂ ਮੇਰੀ ਗੱਲ ਕਰੋ, ਮੈਨੂੰ ਆਪਣੇ ਪੜਦਾਦੇ ਦਾ ਵੀ ਨਾਮ ਯਾਦ ਹੈਗਾ। ਜਦੋਂ ਮੈਂ ਪਿੰਡ ਜਾਂਦਾ ਮੈਨੂੰ ਪਤਾ ਹੈਗਾ ਕਿ ਇਹਦਾ ਘਰ ਹੈਗਾ, ਮੇਰੇ ਨਾਲ ਸਕੂਲੇ ਜਾਂਦਾ ਹੁੰਦਾ ਸੀ, ਜਾਂ ਮੇਰੇ ਚਾਚੇ ਦਾ ਫਰੈਂਡ ਹੁੰਦਾ ਸੀਗਾ। ਜਿਹੜੇ ਸਾਡੇ ਬੱਚੇ ਆ ਉਹਨਾਂ ਦਾ ਲਗਾਅ ਉੱਥੇ ਹੈ ਨਹੀਂਗਾ। ਸੋ ਹੁਣ ਇਸ ਵੇਲੇ ਮੋਸਟਲੀ ਜਿਹੜੇ ਬੱਚੇ ਆ ਉਹ ਆਪਣੇ ਮਾਂ ਪਿਓ ਨੂੰ ਕਹਿ ਰਹੇ ਆ ਕਿ ਅਸੀਂ ਤਾਂ ਉੱਥੇ ਜਾਣਾ ਨਹੀਂਗਾ ਤੇ ਤੁਸੀਂ ਜ਼ਮੀਨਾਂ ਵੇਚ ਦਿਓ, ਕਿਉਂਕਿ ਬਾਅਦ ਵਿੱਚ ਤੁਸੀਂ ਚਲੇ ਗਏ ਤੇ ਸਾਨੂੰ ਤਾਂ ਘਰਦਿਆਂ ਨੇ ਕੁਛ ਦੇਣਾ ਹੀ ਨਹੀਂਗਾ, ਸਾਡੇ ਪੈਰ ਹੀ ਨਹੀਂ ਲੱਗਣ ਦੇਣੇ। ਸੋ ਇਹ ਗੱਲਾਂ ਬਹੁਤ ਚਿੰਤਾ ਦਾ ਵਿਸ਼ਾ ਇੱਥੇ ਇਸ ਵੇਲੇ ਬਣਿਆ ਹੋਇਆ। ਠੀਕ ਹੈ ਘੁੰਮਣ ਭਾਜੀ, ਅਗਰ ਗੱਲ ਕਰਦੇ ਹਾਂ ਕੋਵਿਡ ਦੀ, ਕੋਵਿਡ ਨੂੰ ਲੈ ਕੇ ਜਿਹੜੀ ਆ ਸੈਕੰਡ ਵੇਵ ਆ ਉਹ ਇੰਗਲੈਂਡ, ਯੂਰਪ ਦੇ ਵਿੱਚ ਸ਼ੁਰੂ ਹੋਈ। ਤੁਸੀਂ ਮੀਡੀਆ ਨਾਲ ਰਿਲੇਟਡ ਹੋ, ਇੱਥੇ ਤੁਸੀਂ ਸਾਰੀ ਚੀਜ਼ ਦੇ ਉੱਤੇ ਨਿਗਾਹ ਰੱਖਦੇ ਹੋ ਕੀ ਹੋ ਰਿਹਾ ਕਿੱਦਾਂ ਆ, ਜਦੋਂ ਕਿ ਇੰਡੀਆ ਦੇ ਵਿੱਚ ਜਿਹੜੀ ਆ ਇਹਦੀ ਵੇਵ ਆ ਉਹ ਘਟੀ ਆ, ਤੇ ਘਟਣ ਤੇ ਬਿਲਕੁਲ ਪੰਜਾਬੀ ਇੱਥੇ ਅਗਰ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਬਿਲਕੁਲ ਡਰ ਜਿਹੜਾ ਆ ਲੋਕਾਂ ਦੇ ਮਨਾਂ ਵਿੱਚ ਖਤਮ ਹੋ ਗਿਆ। ਕੋਈ ਸੋਸ਼ਲ ਡਿਸਟੈਂਸ ਜਾਂ ਕਿਸੇ ਵੀ ਚੀਜ਼ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਜਾ ਰਿਹਾ। ਕਿ ਤੁਸੀਂ ਦੇਖਦੇ ਹੋ ਕਿ ਜਿਹੜਾ ਯੂਰਪ ਤੇ UK ਦੇ ਵਿੱਚ ਸੈਕੰਡ ਵੇਵ ਆਈ ਆ, ਉਹਦਾ ਵੀ ਇਹੀ ਕਾਰਨ ਸੀ ਕਿ ਉੱਥੋਂ ਦੇ ਲੋਕਾਂ ਨੇ ਵੀ ਇਸ ਚੀਜ਼ ਦਾ ਖਿਆਲ ਨਹੀਂ ਸੀ ਰੱਖਿਆ? ਜਿਹੜਾ ਤਾਂ ਯੂਰਪ ਦਾ ਗੱਲ ਹੈਗੀ ਆ ਨਾ, ਕਿਉਂਕਿ ਇੱਥੇ ਜਿਹੜਾ ਇਲਾਜ ਆ ਉਹ ਹੈਗਾ ਫ੍ਰੀ, ਠੀਕ ਆ, ਤੇ ਇੱਥੇ ਜਿਹੜੀਆਂ ਗੌਰਮੈਂਟਾਂ ਆ ਉਹਨਾਂ ਨੂੰ ਫਿਕਰ ਇਹ ਹੈਗਾ ਕਿ ਜੇ ਅਸੀਂ ਇਹਦੇ ਬਾਰੇ ਕੁਛ ਨਾ ਕੀਤਾ, ਜਿਹੜੇ ਹਸਪੀਟਲ ਆ ਉਹ ਭਰ ਜਾਣੇ ਹੈਗੇ ਆ, ਜਿਹੜੀਆਂ ਦਵਾਈਆਂ ਆ ਉਹ ਜ਼ਿਆਦਾ ਲੱਗਣੀਆਂ ਹੈਗੀਆਂ, ਮੌਤਾਂ ਜ਼ਿਆਦਾ ਹੋਣੀਆਂ ਹੈਗੀਆਂ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜਾ ਇੱਥੇ ਦੀਆਂ ਗੌਰਮੈਂਟਾਂ ਜਿਹੜੀਆਂ ਉਹ ਜ਼ਿਆਦਾ ਚਿੰਤਾ ਹੋ ਰਹੀਆਂ ਹੈਗੀਆਂ। ਪਰ ਲੇਕਿਨ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਉੱਥੇ ਤਾਂ ਜਿਹੜੇ ਪਤਾ ਲੱਗਾ ਹੈਗਾ ਕਿ ਜਿਹੜੇ ਟੈਸਟ ਵੀ ਹੋ ਰਹੇ ਆ ਉਹਨਾਂ ਦੇ ਵੀ ਪੈਸੇ ਦੇਣੇ ਪੈਂਦੇ ਆ, ਫਿਰ ਹਸਪੀਟਲ ਜਾਂਦੇ ਆ ਉੱਥੇ ਵੀ ਪੈਸੇ ਦੇਣੇ ਪੈਂਦੇ ਹੈਗੇ ਆ। ਪਰ ਲੋਕੀ ਇੱਥੇ ਇਹੀ ਸਮਝਦੇ, ਮੇਰਾ ਆਪਣਾ ਖਿਆਲ ਨਹੀਂ, ਇਹ ਲੋਕੀ ਕਹਿ ਰਹੇ ਹੈਗੇ ਆ ਕਿ ਉੱਥੇ ਇਸ ਵੇਲੇ ਜਿਹੜੇ ਕੇਸ ਆ ਉਹ ਕਿਸ ਤਰ੍ਹਾਂ ਘਟ ਸਕਦੇ ਆ, ਜਦੋਂ ਬਾਕੀ ਸਾਰੀ ਦੁਨੀਆ ਦੇ ਵਿੱਚ ਕੇਸ ਵੱਧ ਰਹੇ ਹੈਗੇ ਆ ਤੇ ਇੰਡੀਆ ਦੇ ਵਿੱਚ ਕਿਉਂ ਘਟ ਰਹੇ ਹੈਗੇ ਆ। ਇਹਦਾ ਇੱਕ ਉਹ ਕਾਰਨ ਇਹ ਵੀ ਕਹਿ ਰਹੇ ਆ ਕਿ ਸ਼ਾਇਦ ਕਿਉਂਕਿ ਟੈਸਟ ਹੀ ਨਹੀਂ ਉੱਥੇ ਹੋ ਰਿਹਾ, ਜਾਂ ਕੋਈ ਡੇਟਾ ਨਹੀਂ ਸਹੀ ਆ ਰਿਹਾ ਹੈਗਾ, ਤੇ ਇਸ ਕਰਕੇ ਉੱਥੇ ਕੇਸਿਸ ਘਟ ਰਹੇ ਹੈਗੇ ਆ। ਬਾਕੀ ਤੇ ਹੁਣ ਪਰਮਾਤਮਾ ਹੀ ਜਾਣੇ ਕਿ ਸਿਚੁਏਸ਼ਨ ਕੀ ਹੈਗੀ ਆ। ਇਹਦੇ ਵਿੱਚ ਮੈਂ ਪਹਿਲਾਂ ਤੁਹਾਡੀ ਗੱਲ ਯੂਰਪ ਦੀ ਸਿਚੁਏਸ਼ਨ ਆ ਉਹ ਇਸ ਵੇਲੇ ਬਹੁਤ ਖਰਾਬ ਹੈਗੀ ਆ। ਇਟਲੀ ਹੋ ਗਿਆ, ਫਰਾਂਸ ਹੋ ਗਿਆ, ਜਰਮਨੀ ਹੋ ਗਿਆ, ਤੇ ਉਹ ਤਾਂ ਲੋਕਡਾਊਨ ਵਿੱਚ ਚਲੇ ਗਏ ਹੈਗੇ ਆ। ਜਿੱਥੋਂ ਤੱਕ UK ਦਾ ਕੰਸਰਨ ਆ, ਤਕਰੀਬਨ 30% ਤੇ ਇਸ ਵੇਲੇ ਲੋਕਡਾਊਨ ਵਿੱਚ ਹੈਗੀ ਆ। ਤੇ ਜਿਹੜੀ ਅੱਜ ਦੀ ਰਿਪੋਰਟ ਹੈਗੀ ਆ ਉਹ ਇਹ ਹੈਗੀ ਆ ਕਿ ਅਗਲੇ ਬੁੱਧਵਾਰ ਤੋਂ ਜਿਹੜਾ ਪੂਰਾ ਇੱਕ ਨੈਸ਼ਨਲ ਲੋਕਡਾਊਨ ਜਿਹੜਾ ਆ ਉਹ ਦੁਬਾਰਾ ਹੋ ਜਾਣਾ ਹੈਗਾ, ਵੈਨਸਡੇ ਤੋਂ ਲੈ ਕੇ 1 ਦਸੰਬਰ ਤੱਕ, ਕਿਉਂਕਿ ਕ੍ਰਿਸਮਸ ਵੀ ਆਉਣ ਵਾਲੀ ਹੈਗੀ ਆ ਤੇ ਲੋਕੀ ਚਾਹੁੰਦੇ ਆ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਫਰੈਂਡਸ ਦੇ ਨਾਲ ਜਿਹੜੀ ਆ ਕ੍ਰਿਸਮਸ ਮਨਾਈਏ। ਪਰ ਲੇਕਿਨ ਇੱਥੋਂ ਸਾਰਿਆਂ ਤੋਂ ਜਿਹੜੀ ਵੱਡੀ ਗੱਲ ਉਹ ਆ ਰਹੀ ਹੈ ਕਿ ਐਵਰੇਜ ਜਿਹੜੀ ਆ ਨਾ ਉਹ 300 ਦੇ ਤਕਰੀਬਨ ਹਰ ਰੋਜ਼ ਜਿਹੜੀਆਂ ਮੌਤਾਂ ਕੋਵਿਡ ਦੇ ਨਾਲ ਹੋ ਰਹੀਆਂ ਹੈਗੀਆਂ। ਕੱਲ੍ਹ ਦੇ ਜੇ ਫਿਗਰ ਆਪਾਂ ਦੇਖੀਏ ਤੇ ਜਿਹੜੇ ਨਵੇਂ ਫਿਗਰਸ ਆਏ ਆ 24,405 ਆਏ ਹੈਗੇ ਆ। ਪਰ ਲੇਕਿਨ ਜਿਹੜੀ ਸੇਜ ਦੀ ਰਿਪੋਰਟ ਹੈਗੀ ਆ 14 ਅਕਤੂਬਰ ਦੀ, ਤੇ ਉਹ ਕਹਿੰਦੇ ਸੀ ਕਿ ਡੇਲੀ ਰੇਟ ਜਿਹੜਾ ਇਨਫੈਕਸ਼ਨ ਦਾ ਹੈਗਾ ਉਹ 43 ਤੋਂ ਲੈ ਕੇ 74,000 ਤੱਕ ਡੇਲੀ ਹੈਗਾ, ਬਹੁਤ ਜ਼ਿਆਦਾ ਹੋ ਜਾਂਦਾ। ਤੇ ਉਹਨਾਂ ਨੇ ਜਿਹੜੀ ਕੱਲ ਰਿਪੋਰਟ ਇਸ਼ੂ ਕੀਤੀ ਹੈਗੀ ਆ ਉਹ ਕਹਿੰਦੇ ਆ ਕਿ ਅਕਤੂਬਰ ਦੇ ਐਂਡ ਤੱਕ, ਦਸੰਬਰ ਦੇ ਐਂਡ ਤੱਕ ਇੱਥੇ 85,000 ਮੌਤਾਂ ਹੋ ਸਕਦੀਆਂ ਹੈਗੀਆਂ। ਹੁਣ ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਜਿਹੜੀ ਫਰਲੋ ਸਕੀਮ ਆ, ਜਿਹਦੇ ਵਿੱਚ ਗੌਰਮੈਂਟ ਨੇ ਕਿਹਾ ਸੀਗਾ ਕਿ ਜਿਹੜੇ ਕੰਮਾਂ ਵਾਲੇ ਆ
ਉਹਨਾਂ ਨੂੰ 80% ਘਰ ਬੈਠਿਆਂ ਨੂੰ ਹੀ ਮਿਲੇਗਾ, ਜਿਹੜੀ ਉਹਨਾਂ ਦੀ ਤਨਖਾਹ ਸੀਗੀ, ਤੇ ਉਹ ਜਿਹੜਾ ਉਹ ਅੱਜ ਖਤਮ ਹੋ ਜਾਣਾ ਹੈਗਾ। ਅੱਛਾ ਜੀ। ਤੇ ਹੁਣ ਮੰਡੇ ਤੋਂ ਜਾਣੀ ਕਿ ਪਰਸੋਂ ਤੋਂ ਇਹ ਪਤਾ ਲੱਗਣਾ ਹੈਗਾ ਕਿ ਕਿੰਨੀਆਂ ਜਿਹੜੀਆਂ ਜੌਬਸ ਆ ਉਹ ਜਾਣੀਆਂ ਹੈਗੀਆਂ। ਕੱਲ ਪੀਜ਼ਾ ਐਕਸਪ੍ਰੈਸ ਨੇ ਕਹਿਤਾ ਕਿ 1300 ਅਸੀਂ ਬੰਦੇ ਰਿਡੰਡੈਂਟ ਕਰ ਦੇਣੇ ਹੈਗੇ ਆ, ਕਿਉਂਕਿ ਪਹਿਲਾਂ ਤਾਂ 80% ਲੋਕਾਂ ਨੂੰ ਮਿਲੀ ਜਾਂਦਾ ਸੀਗਾ ਤੇ ਕੰਪਨੀਆਂ ਵਾਲੇ ਵੀ ਠੀਕ ਸੀਗੇ ਵੀ ਕੋਈ ਗੱਲ ਨਹੀਂ, ਕੰਮ ਚੱਲ ਦੇਣਾ। ਪਰ ਹੁਣ ਕਹਿੰਦੇ ਆ ਕਿ ਅਗਲੇ 4 ਮਹੀਨੇ ਨਵੰਬਰ, ਦਸੰਬਰ, ਜਨਵਰੀ ਤੇ ਫਰਵਰੀ 4 ਮਹੀਨੇ ਜਿਹੜਾ ਆ ਬਹੁਤ ਹੀ ਭੈੜਾ ਹਾਲ ਜਿਹੜਾ ਯੂਕੇ ਵਿੱਚ ਹੋਣਾ ਹੈਗਾ ਜੇ ਗੌਰਮੈਂਟ ਨੇ ਕੁਝ ਕੀਤਾ ਨਹੀਂਗਾ। ਕਿਉਂਕਿ ਇੱਥੇ ਹਰ ਇੱਕ ਬਿਜ਼ਨਸ ਨੂੰ, ਜਿੰਨੇ ਵੀ ਇੱਥੇ ਬੰਦੇ ਰਹਿੰਦੇ ਆ, ਉਹਨਾਂ ਨੂੰ ਬੈਨੀਫਿਟਸ ਜ਼ਰੂਰ ਮਿਲਦਾ ਹੈਗਾ, ਕਿਉਂਕਿ ਕੋਈ ਭੁੱਖਾ ਨਹੀਂ ਰਹਿੰਦਾ। ਇੰਡੀਆ ਦੇ ਵਿੱਚ ਸ਼ਾਇਦ ਇਹੀ ਪ੍ਰੋਬਲਮ ਹੋਵੇ ਕਿ ਕੋਈ ਬੈਨੀਫਿਟ ਨਹੀਂ ਹੈਗਾ ਆਮ ਪਬਲਿਕ ਨੂੰ। ਦਿਹਾੜੀਦਾਰ ਜਿਹੜਾ ਆ ਉਹਨੇ ਸਵੇਰ ਨੂੰ ਜਾਊਗਾ, ਦਿਹਾੜੀ ਲਾਊਗਾ ਤਾਂ ਸ਼ਾਮ ਨੂੰ ਉਹਦੇ ਰੋਟੀ ਆਊਗੀ। ਇੱਥੇ ਨਹੀਂ ਹੈਗਾ। ਗੌਰਮੈਂਟ ਨੇ ਪਿਛਲੇ 2 ਮਹੀਨਿਆਂ ਦੇ ਵਿੱਚੋਂ ਸਾਇੰਟਿਸਟ ਤੋਂ ਜਿਹੜੀ ਸਾਇੰਟਿਸਟ ਦੀ ਐਡਵਾਈਸ ਸੀਗੀ ਉਹ ਸੀਗੀ ਕਿ ਲੋਕਡਾਊਨ ਕਰ ਦਿਓ, ਪਰ ਲੇਕਿਨ ਇੱਥੇ ਗੌਰਮੈਂਟ ਨੇ ਨਹੀਂ ਕੀਤਾ, ਕਿ ਕਹਿ ਰਹੇ ਸੀਗੇ ਕਿ ਜਿਹੜੀ ਇਕੋਨਮੀ ਆ ਉਹ ਬਹੁਤ ਡਾਊਨ ਹੋ ਜਾਣੀ ਹੈਗੀ ਆ। 1 ਅਗਸਤ ਨੂੰ ਇਹਨਾਂ ਨੇ ਕੀਤਾ ਸੀਗਾ, ਇੱਕ ਸਕੀਮ ਕੱਢੀ ਸੀਗੀ ਕਿ ਈਟ ਆਊਟ ਤੇ ਹੈਲਪ ਆਊਟ, ਜਾਣੀ ਕਿ ਬਾਹਰ ਜਾ ਕੇ ਖਾਓ ਤੇ ਜਿਹੜੇ ਰੈਸਟੋਰੈਂਟਸ ਵਗੈਰਾ ਆ ਉਹਨਾਂ ਨੂੰ ਫਾਇਦਾ ਹੋਊਗਾ। ਉਹਦੇ ਨਾਲ ਹੁਣ ਜਿਹੜੀ ਪਰਸੋਂ ਦੀ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਕਹਿੰਦੇ ਕਿ ਜਦੋਂ ਤੁਸੀਂ ਰੈਸਟੋਰੈਂਟ ਵਿੱਚ ਜਾਂ ਪੱਬ ਦੇ ਵਿੱਚ ਬੈਠੇ ਆ, ਤੁਸੀਂ ਇੱਕ ਦੂਸਰੇ ਦੇ ਸਾਹਮਣੇ ਜਦੋਂ ਬੈਠੇ ਆ ਨਾ, ਉਹ ਜਿਹੜੀ ਹਵਾੜ ਆ ਉਹ ਤੁਸੀਂ ਇੱਕ ਦੂਸਰੇ ਤੋਂ ਲੈ ਕੇ ਉਹਦੇ ਨਾਲ ਇਨਫੈਕਸ਼ਨ ਰੇਟ ਬਹੁਤ ਵਧਿਆ ਹੈਗਾ। ਬਿਲਕੁਲ ਬਿਲਕੁਲ ਜੀ। ਤੇ ਬਾਕੀ ਗੱਲ ਜਿਹੜੀ ਤੁਸੀਂ ਇੰਡੀਆ ਦੀ ਕਰ ਰਹੇ ਸੀ, ਇੱਥੇ ਟੈਸਟਿੰਗ ਜਿਹੜੀ ਆ ਸਰਕਾਰੀ ਹਸਪੀਟਲਸ ਦੇ ਵਿੱਚ ਟੋਟਲ ਫ੍ਰੀ ਆ ਔਰ ਟੈਸਟਿੰਗ ਬਹੁਤ ਜ਼ਿਆਦਾ ਤੇਜ਼ ਆ, ਨਾਕੇ ਲਗਾ ਕੇ ਜਿਹੜੀ ਆ ਟੈਸਟਿੰਗ ਕੀਤੀ ਜਾ ਰਹੀ ਆ। ਇੱਥੇ ਇਹ ਕਹਿ ਸਕਦੇ ਕਿ ਇੰਡੀਆ ਦੇ ਵਿੱਚ ਹਾਂ ਬਹੁਤ ਸਾਰੇ ਲੋਕਾਂ ਨੇ ਟੈਸਟ ਕਰਵਾ ਹੀ ਨਹੀਂ ਰਹੇ। ਅਗਰ ਕਿਸੇ ਨੂੰ ਕੋਈ ਇਸ਼ੂ ਆ ਜਾਂਦਾ ਟੈਸਟ ਕਰਵਾਉਣ ਨਹੀਂ ਜਾਂਦੇ, ਉਹਦੇ ਕਰਕੇ ਥੋੜ੍ਹੀ ਜਿਹੜਾ ਹੈਗਾ, ਲੇਕਿਨ ਕਾਫੀ ਲੋਕਾਂ ਨੂੰ ਇਹ ਪ੍ਰੋਬਲਮ ਆ ਕੇ ਹਟ ਚੁੱਕੀ ਆ, ਜਿਸ ਦੇ ਕਰਕੇ ਇਹ ਜਿਹੜੀ ਰੇਸ਼ੋ ਆ ਇਹ ਡਿੱਗਣੀ ਸ਼ੁਰੂ ਹੋਈ ਆ। ਹਾਂਜੀ, ਉਹਦੇ ਵਿੱਚ ਬਸ ਸਾਹਿਬ ਮੈਂ ਗੱਲ ਕਹੂੰਗਾ, ਮੇਰਾ ਖਿਆਲ ਨਹੀਂ ਕਿ ਦੁਨੀਆ ਦੇ ਵਿੱਚ ਕੋਈ ਹੋਊਗਾ ਜਿਹਨੂੰ ਇਹ ਇਨਫੈਕਸ਼ਨ ਨਹੀਂ ਹੋਇਆ, ਜਿਹਨੂੰ ਸ਼ਿਕਾਇਤ ਨਹੀਂ ਹੋਈ। ਪਰ ਹਰ ਇੱਕ ਦਾ ਜਿਹੜਾ ਬਾਡੀ ਦਾ ਇਮਿਊਨ ਸਿਸਟਮ ਆ ਨਾ, ਉਹ ਜਿੱਦਾਂ ਹੁਣ ਜ਼ੁਕਾਮ ਵੀ ਹੋ ਜਾਂਦਾ, ਕਈ ਦਵਾਈ ਲੈਂਦੇ ਨਹੀਂ, ਜ਼ੁਕਾਮ ਆਪਣੇ ਆਪ ਹੀ 2-4 ਦਿਨਾਂ ਬਾਅਦ ਠੀਕ ਹੋ ਜਾਂਦਾ, ਇਹੀ ਹੈਗਾ। ਪਰ ਲੇਕਿਨ ਜਿਹਨਾਂ ਦਾ ਇਮਿਊਨ ਸਿਸਟਮ ਠੀਕ ਨਹੀਂ ਹੈਗਾ, ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈਗੀ, ਸਪੈਸ਼ਲੀ ਜਿਹੜੇ ਡਾਇਬੀਟੀਜ਼ ਨੇ ਜਾਂ ਜਿਨ੍ਹਾਂ ਨੂੰ ਹਾਰਟ ਦੀ ਬਿਮਾਰੀ ਹੈ ਜਾਂ ਜਿਨ੍ਹਾਂ ਦਾ ਬਾਈਪਾਸ ਹੈਗਾ, ਉਹਨਾਂ ਨੂੰ ਇਹ ਜ਼ਿਆਦਾ ਇਫੈਕਟ ਕਰਦਾ ਹੈਗਾ। ਧੰਨਵਾਦ ਜੀ ਕਾਲ ਕਰਨ ਲਈ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਇਹਨੂੰ ਦੱਸਿਆ ਕਿ ਵੀ ਜਿਹੜਾ ਯੂਕੇ ਦਾ ਤੇ ਯੂਰਪ ਦਾ ਕੀ ਹਾਲ ਹੋ ਰਿਹਾ ਆ, ਬਿਲਕੁਲ, ਤੇ ਆਪਾਂ ਵੀ ਇੱਥੇ ਅਵੇਅਰ ਹੋ ਜਾਈਏ ਤਾਂ ਚੰਗੀ ਗੱਲ ਆ। ਤੇ ਅਸੀਂ ਤੁਸੀਂ ਦੇਖੋ ਉੱਥੇ ਸਾਰਾ ਕੁਝ ਘਰ ਬੈਠਿਆਂ ਨੂੰ ਮਿਲ ਰਿਹਾ ਸੀ, ਕੋਈ ਬਾਹਰ ਜਾਣ ਦੀ ਟੈਨਸ਼ਨ ਨਹੀਂ ਸੀ, ਕੋਈ ਕੰਮਕਾਰ ਦੀ ਟੈਨਸ਼ਨ ਨਹੀਂ ਸੀ। ਸਰਕਾਰ ਨੇ ਜਿਹੜਾ ਪੂਰਾ ਸਾਥ ਦਿੱਤਾ ਆਪਣੇ ਉੱਥੇ ਦੇ ਵਾਸੀਆਂ ਦਾ, ਤੇ ਤਾਂ ਵੀ ਉੱਥੇ ਸੈਕਿੰਡ ਵੇਵ ਇੰਨੀ ਬੁਰੀ ਤਰ੍ਹਾਂ ਆਈ ਹੈ ਤੇ ਸਾਨੂੰ ਸਰਕਾਰੀ ਸਹੂਲਤ ਵੀ ਨਹੀਂ ਮਿਲੀ, ਤੇ ਅਸੀਂ ਕਹਿ ਲਓ ਕਿ ਜਿਹੜੇ ਰੂਲਸ ਦੇਗੇ ਉਹਨਾਂ ਨੂੰ ਵੀ ਨਹੀਂ ਫੋਲੋ ਕੀਤਾ, ਤਾਂ ਫਿਰ ਵੀ ਅਸੀਂ ਇਦਾਂ ਮਤਲਬ ਫ੍ਰੀ ਹੋ ਕੇ ਬੈਠੇ ਕਰੋਨਾ ਤੋਂ, ਜਿਵੇਂ ਕਿ ਸਾਡਾ ਕੋਈ ਸਖਾ ਹੁੰਦਾ। ਬਿਲਕੁਲ ਠੀਕ ਹੈ ਹੈਨਾ। ਤੇ ਤੁਸੀਂ ਦੇਖੋ ਇਸ ਕਰੋਨਾ ਦੇ ਚੱਲਦੇ, ਜਿੱਥੇ ਇੱਕ ਖਬਰ ਹੈਗੀ ਹੈ ਕਿ ਕਰੋਨਾ ਦੇ ਚੱਲਦੇ ਮਾਸਕ ਜਿਹੜਾ ਕਿ ਲਾਜ਼ਮੀ ਕੀਤਾ ਗਿਆ ਸੀ ਨਾ, ਵੀ ਤੁਸੀਂ ਮਾਸਕ ਲਾਉਣਾ ਹੀ ਲਾਉਣਾ, ਨਹੀਂ ਤਾਂ ਫਾਈਨ ਹੋਊਗਾ। ਜਦੋਂ ਫਾਈਨ ਇਹ ਵਧਾਏ ਗਏ ਸੀ ਤਾਂ ਉਦੋਂ ਬੜੀ ਆਵਾਜ਼ ਚੁੱਕੀ ਗਈ ਸੀ ਸਾਡੇ ਵੱਲੋਂ, ਪਰ ਅਸੀਂ ਫਿਰ ਵੀ ਜਿਹੜਾ ਬਹੁਤ ਦੇਖਣ ਚ ਆਉਂਦਾ ਕਿ ਜਿੱਥੇ ਸਾਨੂੰ ਲੋੜ ਹੈਗੀ ਮਾਸਕ ਪਾਉਣ ਦੀ, ਅਸੀਂ ਨਹੀਂ ਪਾਉਂਦੇ। ਸਾਡੇ ਜਿਹੜਾ ਮਨ ਚੋਂ ਡਰ ਆ ਉਹ ਖਤਮ ਹੋ ਚੁੱਕਾ, ਤੇ ਇਸੇ ਜਿਹੜਾ ਡਰ ਖਤਮ ਹੋਇਆ ਉਹਦੇ ਕਾਰਨ ਜਿਹੜਾ ਪੰਜਾਬੀਆਂ ਨੇ, ਤੁਸੀਂ ਦੇਖੋ ਕਿ ਆਪਣੀ ਜੇਬ ਦੇ ਵਿੱਚੋਂ 28 ਕਰੋੜ ਤੇ 5 ਲੱਖ ਰੁਪਏ ਜਿਹੜੇ ਚਲਾਨ ਦੇ ਕਟਵਾਏ ਆ, ਹਨਾ, ਇਸ ਤੋਂ ਜ਼ਿਆਦਾ ਹੀ ਕਟਵਾਏ ਆ, ਤੇ ਹਜੇ ਅਸੀਂ ਸਰਕਾਰੀ ਸਹੂਲਤਾਂ ਭਾਲਦੇ ਆ, ਹਨਾ। ਸਰਕਾਰ ਕਰੋੜਪਤੀ ਕਰ ਦਿੱਤੀ, ਬਿਲਕੁਲ, ਤੇ ਫਿਰ ਵੀ ਸਰਕਾਰ ਦਾ ਮੋਰੇ ਕੀ ਰਿਸਪੌਂਸ ਹੁੰਦਾ ਕਿ ਖਜ਼ਾਨੇ ਖਾਲੀ ਹੈ, ਖਜ਼ਾਨਾ ਖਾਲੀ ਆ। ਕਰੋਨਾ ਦੇ ਵਿੱਚ ਬਾਕੀ ਨੂੰ ਮੰਦਾ ਲੱਗਾ, ਸਰਕਾਰ ਨੂੰ 28 ਕਰੋੜ ਇਧਰੋਂ ਮਿਲ ਗਿਆ, ਬਾਕੀ ਇਹ ਤੇਲ ਤੂਲ ਦੇ 28 ਕਰੋੜ ਤੋਂ ਵੀ ਉੱਪਰ ਹੀ ਜਿਹੜਾ ਕਹਿ ਲੋ, ਹਨਾ, ਤੇਲ ਤੂਲ ਦੇ ਉੱਤੇ ਟੈਕਸ ਲਾਇਆ ਉਹ ਵੱਖਰੇ ਆ। ਬਿਲਕੁਲ, ਤੇ ਉੱਪਰੋਂ ਜਿਹੜੇ ਹੁਣ ਆਰਡੀਨੈਂਸਾਂ ਕਰਕੇ ਸਾਡਾ ਕਹਿ ਲੋ ਕਿ ਸਾਰਾ ਆਲਾ ਦੁਆਲਾ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ, ਤੇ ਕਿੱਧਰ ਨੂੰ ਅਸੀਂ ਜਾ ਰਹੇ ਹਾਂ ਕੁਝ ਸਮਝ ਨਹੀਂ ਲੱਗ ਰਿਹਾ। ਮਤਲਬ ਇਹ ਸਾਲ ਹੀ ਇਦਾਂ ਦਾ ਜਾ ਰਿਹਾ, ਹਨਾ। ਸ਼ੁਕਰ ਹੈ 2020 ਖਤਮ ਹੋਏਗਾ। ਬਿਲਕੁਲ,
ਜੀ ਹੋਰ 2 ਮਹੀਨੇ ਆ, ਸੁੱਖ ਸਵੀਲੀ ਜਿਹੜੇ 2 ਮਹੀਨੇ ਨਿਕਲ ਜਾਣ, ਬਸ ਇਹੀ ਕਹਿ ਲਓ ਸਾਰਿਆਂ ਨੂੰ ਚਿੰਤਾਵਾਂ ਨੇ। ਤੇ ਅਸੀਂ ਆਪਣੇ ਟੌਪਿਕ ਵੱਲ ਵਧਦੇ ਹਾਂ। ਜਿਵੇਂ ਮੈਂ ਪਹਿਲਾਂ ਗੱਲ ਕਰ ਰਹੀ ਸੀ ਕਾਲ ਤੋਂ ਪਹਿਲਾਂ ਕਿ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ 1 ਏਕੜ ਪ੍ਰਤੀ ਮੇਬੀ 3000 ਰੁਪਈਆ ਜਿਹੜਾ ਅਸੀਂ ਦੇਵਾਂਗੇ, ਤੇ ਸਰਕਾਰ ਉਹਨਾਂ ਆਪਣੇ ਜਿਹੜਾ ਕਹਿ ਲਓ ਕਿ ਗੱਲ ਦੇ ਉੱਤੇ ਵੀ ਖਰੀ ਨਹੀਂ ਉਤਰੀ, ਬਿਲਕੁਲ ਹਨਾ, ਨਾ ਕੋਈ ਸਿੱਟਾ ਕੱਢਿਆ ਕਿ ਅਗਰ ਉਹ ਅਸੀਂ ਦੇਣ ਪੈਸੇ ਤਾਂ ਕਿਸਾਨ ਜਿਹੜੇ ਆ ਉਹ ਪਰਾਲੀ ਖੁਸ਼ੀ ਸਾਰਾ ਕੁਝ ਕਰ ਸਕਦੇ ਆ, ਬਿਲਕੁਲ, ਹੈ ਨਾ। ਕਿਉਂਕਿ ਪਰਾਲੀ ਸਾੜਦੇ ਕਿਉਂ ਸਾੜਦੇ? ਕਿਉਂਕਿ ਉਹਨਾਂ ਦੇ ਕੋਲ ਇੰਨੇ ਕੈਪੈਸਿਟੀ ਨਹੀਂ ਹੈਗੀ ਕਿ ਉਹਨੂੰ ਕਿਸੇ ਤਰੀਕੇ ਨਾਲ ਕਰ ਸਕਣ, ਹੈ ਨਾ। ਉਹਨਾਂ ਨੂੰ ਸਹੀ ਤਰੀਕਾ ਲੱਗਦਾ ਕਿ ਅਸੀਂ ਪਰਾਲੀ ਸਾੜ ਦਿੱਤੀ ਤੇ ਅਸੀਂ ਇਹ ਤੋਂ ਮੁਕਤ ਹੋ ਗਏ, ਹੈ ਨਾ, ਅਸੀਂ ਅਗਲੀ ਫਸਲ ਜਿਹੜੀ ਆ ਬੀਜਣ ਜੋਗੇ ਹੋ ਗਏ ਆ। ਕਿਉਂਕਿ ਉਹਨਾਂ ਦੇ ਕੋਲ ਕੱਖ ਨਹੀਂ ਹੈਗਾ, ਜਿਹੜਾ ਪਹਿਲਾਂ ਕਰ ਵੀ ਰਿਹਾ ਉਹਦਾ ਵੀ ਸਹੀ ਮੁੱਲ ਨਹੀਂ ਮਿਲ ਰਿਹਾ, ਉਹਦੇ ਲਈ ਵੀ ਉਹ ਧਰਨਿਆਂ ਤੇ ਬੈਠੇ ਨੇ। ਐਕਸਟਰਾ ਖਰਚਾ ਆ ਜਾਏਗਾ ਹੋਰ, ਤੇ ਉਹ ਵਿੱਚੋਂ ਮਾਰਜਨ ਉਹਨਾਂ ਨਿਕਲਦਾ ਨਹੀਂ, ਠੇਕੇ ਬਹੁਤ ਆ, ਹਰੇਕ ਚੀਜ਼ ਦਾ ਖਰਚਾ ਹੈ ਜੀ। ਤੇ ਸਰ ਅਸੀਂ ਜਾਣਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਹੁਣ ਜਿਹੜੇ ਕਿਸਾਨ ਉਹ ਧਰਨਿਆਂ ਤੇ ਬੈਠੇ ਨੇ, ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਕੇਂਦਰ ਤੱਕ ਜਿਹੜੀ ਉਹਨਾਂ ਦੀ ਆਵਾਜ਼ ਹੈ, ਉਹਨਾਂ ਦੀ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕਰਨ ਤੱਕ ਪਹੁੰਚ ਜਾਣ, ਹਨਾ। ਤੇ ਇਸੇ ਹੀ ਆਵਾਜ਼ ਨੂੰ ਕਹਿ ਲਓ ਕਿ ਦਬਾਉਂਦੇ ਹੋਏ ਕੇਂਦਰ ਨੇ ਜਿਹੜਾ ਨਵਾਂ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਜਿਹੜਾ ਤੁਸੀਂ ਪਰਾਲੀ ਨਹੀਂ ਸਾੜ ਸਕਦੇ। ਉਹਦੇ ਕਾਰਨ ਜਿਹੜੇ ਕਿਸਾਨ ਆ ਹੁਣ ਬਹੁਤ ਜ਼ਿਆਦਾ ਹੋਰ ਸੰਘਰਸ਼ ਦੇ ਵਿੱਚ ਆ ਗਏ ਨੇ, ਉਹਨਾਂ ਨੇ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ। ਇਵਨ ਕਿ ਉਹ ਗਰਮੀ ਜੀ ਜਿਹੜੀ ਇੱਕ ਪੈਦਾ ਹੋ ਗਈ ਹੈ ਜਿਹਦੇ ਨਾਲ ਚਾਂਸ ਹੈ ਕਿ ਕੋਈ ਟਕਰਾਅ ਨਾ ਇਦਾਂ ਦਾ ਹੋ ਜਾਵੇ, ਹਨਾ। ਤੇ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜਾ ਹੁਣ ਸੰਘਰਸ਼ ਹੈ ਕਿੱਧਰ ਨੂੰ ਜਾਊਗਾ? ਦੇਖੋ, ਸੰਘਰਸ਼ ਜਿਹੜਾ ਵੀ ਹੋਊਗਾ ਹੈ ਆ ਐਂਡ ਜਦ ਤੱਕ ਸੈਂਟਰ ਟੇਬਲ ਟਾਕ ਨਹੀਂ ਕਰਦਾ ਉਦੋਂ ਤੱਕ ਇਹਦਾ ਹੱਲ ਕੋਈ ਨਹੀਂ। ਹੱਲ ਕੋਈ ਨਹੀਂ। ਜੇ ਉਹ ਸੋਚਣ ਕਿ ਬਈ ਇਹ ਸੰਘਰਸ਼ ਨੂੰ ਇਦਾਂ ਹੀ ਦਬਾ ਲਿਆ ਜਾਵੇਗਾ ਤਾਂ ਉਹ ਮੁਸ਼ਕਿਲ ਗੱਲ ਹੈ ਜੀ। ਇਹ ਕਈ ਮਹੀਨੇ ਲੱਗ ਜਾਣ, ਜਿੰਨਾ ਮਰਜ਼ੀ ਸਮਾਂ ਲੱਗ ਜਾਵੇ, ਐਂਡ ਜਿਹੜਾ ਆ ਅੱਜ ਟੇਬਲ ਤੇ ਬਹਿ ਜਾਣ, ਜਾਂ ਮਹੀਨੇ ਬਾਅਦ ਬਹਿ ਲੈਣ, ਜਾਂ 2 ਮਹੀਨੇ ਬਾਅਦ ਬਹਿ ਜਾਣ, ਜਾਂ 6 ਮਹੀਨੇ ਬਾਅਦ ਬਹਿ ਜਾਣ, ਐਂਡ ਜਿਹੜਾ ਆ ਗੱਲਬਾਤ ਨਾਲ ਹੀ ਕੱਢਿਆ ਜਾਣਾ। ਹੁਣ ਇਹ ਜਿਹੜੀ ਚਿੰਗਾਰੀ ਆ ਇਹ ਸੁਲਗਣੀ ਸ਼ੁਰੂ ਹੋ ਗਈ ਆ ਹਰਿਆਣੇ ਤੋਂ ਬਾਅਦ। ਇਹ ਬਾਕੀ ਜਿਹੜੀਆਂ ਸਟੇਟਾਂ ਨੇ ਉਹਨਾਂ ਦੀ ਕਿਸਾਨ ਜਥੇਬੰਦੀਆਂ ਨਾਲ ਵੀ ਇਹਨਾਂ ਦੀ ਪੰਜਾਬ ਵਾਲਿਆਂ ਦੀ ਗੱਲ ਹੁੰਦੀ ਪਈ ਆ, ਤੇ ਜੇ ਉੱਥੇ ਵੀ ਥੋੜਾ ਬਹੁਤਾ ਇਹਦੇ ਖਿਲਾਫ ਵਿਰੋਧ ਸ਼ੁਰੂ ਹੁੰਦਾ ਆ ਤਾਂ ਫੇਰ ਜਿਹੜਾ ਆ ਸੈਂਟਰ ਸਰਕਾਰ ਨੂੰ ਸੋਚਣਾ ਪਏਗਾ ਤੇ ਟੇਬਲ ਟਾਕ ਹੋ ਕੇ ਜਿਹੜਾ ਆ ਇਹਦਾ ਹੱਲ ਨਿਕਲਣ ਦੇ ਜਿਹੜੇ ਆਸ ਆ ਉਹ ਕੀਤੀ ਜਾ ਸਕਦੀ ਆ ਜੀ। ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਵੇਂ ਸੰਘਰਸ਼ ਤਾਂ ਪਹਿਲਾਂ ਹੀ ਚੱਲ ਰਿਹਾ ਸੀ, ਉੱਪਰ ਇਹਨਾਂ ਨੇ ਇੱਕ ਹੋਰ ਆਰਡੀਨੈਂਸ ਸਥਾਪ ਦਿੱਤਾ, ਤੇ ਇਸ ਕਿਸਾਨਾਂ ਨੂੰ ਇੱਕ ਡਰਾਉਣ ਦਾ ਤਰੀਕਾ ਹੈਗਾ ਕਿ ਜਾਂ ਫਿਰ ਸਹੀ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਪੋਲਿਊਸ਼ਨ ਨੂੰ ਲੈ ਕੇ ਥੋੜੀ ਮੰਨ ਰਹੀ ਆਪਣੇ ਪੋਲਿਊਸ਼ਨ ਨੂੰ ਲੈ ਕੇ ਅਗਰ ਆਪਾਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ, ਬਾਕੀ ਕੰਟਰੀਜ਼ ਵੱਲੋਂ ਵੀ ਜਿਹੜੇ WHO ਜਾਂ ਹੋਰ ਸਾਰੀਆਂ ਕੰਟਰੀ ਵੱਲੋਂ ਜਿਹੜਾ ਪੋਲਿਊਸ਼ਨ ਕੰਟਰੋਲ ਆ ਉਹਦੇ ਵੱਲੋਂ ਪ੍ਰੈਸ਼ਰ ਤਾਂ ਜਿਹੜਾ ਕੀਤਾ ਜਾ ਰਿਹਾ ਸੀ, ਜਿਹੜਾ ਉਹਨਾਂ ਵੱਲੋਂ ਅੱਗੇ ਵੀ ਨਾਸਾ ਵੱਲੋਂ ਜਾਂ ਹੋਰ ਜਿਹੜੀਆਂ ਤਸਵੀਰਾਂ ਪੇਸ਼ ਕੀਤੀਆਂ ਜਾਂਦੀਆਂ ਉਹਦੇ ਵਿੱਚ ਪੰਜਾਬ ਖਾਸ ਕਰ ਜਿਹੜਾ ਆ ਜਾਂ ਹਰਿਆਣਾ ਆ ਉਹ ਜਲਦਾ ਦਿਖਾਇਆ ਜਾਂਦਾ, ਉਹ ਸੈਟੇਲਾਈਟ ਦੇ ਥਰੂ, ਉਹ ਜ਼ਰੂਰ ਜਿਹੜੀ ਆ ਆਪਾਂ ਚੀਜ਼ ਸਮਝਦੇ ਆ ਸਰਕਾਰ ਤੇ ਸਖਤ ਰੁਖ ਅਪਣਾ ਰਹੀ ਆ। ਲੇਕਿਨ ਇਹ ਚੀਜ਼ ਜਦੋਂ ਇੱਕ ਪਹਿਲਾਂ ਕਿਸੇ ਦੇ ਤੁਸੀਂ ਸੱਟ ਮਾਰੀ ਹੋਈ ਹੋਵੇ ਉੱਤੋਂ ਉਹਨੂੰ ਖਰੀਦਣਾ ਸ਼ੁਰੂ ਕਰ ਦਿਓ ਤਾਂ ਫਿਰ ਅਗਲੇ ਨੂੰ ਇਹ ਲੱਗਦਾ ਛੋਟੀ ਜੀ ਗੱਲ ਵੀ ਉਹਨੂੰ ਇਹ ਲੱਗਦਾ ਕਿ ਸਾਡੇ ਨਾਲ ਇੱਕ ਹੁੰਦਾ ਕੱਢ ਰਿਹਾ ਆ, ਤਾਂ ਕਰਕੇ ਇਹ ਜਿਹੜੀ ਆ ਇਹ ਕੀਤੀ ਗਈ ਆ। ਅਸੀਂ ਵੀ ਕਹਿੰਦੇ ਆ ਕਿ ਪਰਾਲੀ ਨਹੀਂ ਜਲਾਉਣੀ ਚਾਹੀਦੀ, ਪਰਾਲੀ ਦੇ ਇਲਾਵਾ ਕੋਈ ਹੋਰ ਸਾਧਨ ਕਰਕੇ ਜਿਹੜਾ ਆ ਇਹ ਪੋਲੂਸ਼ਨ ਤੋਂ ਜਿਹੜਾ ਆ ਸਾਨੂੰ ਉਹ ਬਚਣਾ ਚਾਹੀਦਾ, ਆਪਣੀ ਪੀੜ੍ਹੀਆਂ ਨੂੰ ਬਚਾਉਣਾ ਚਾਹੀਦਾ। ਲੇਕਿਨ ਕਿ ਸਰਕਾਰ ਨੂੰ ਉਹਦੇ ਲਈ ਜਾਂ ਤਾਂ ਫਾਈਨੈਂਸ਼ੀਅਲ ਹੈਲਪ ਕਰੇ, ਜਾਂ ਸਾਧਨ ਦੇਵੇ, ਜਾਂ ਕੁਝ ਹੋਰ ਤਰੀਕਾ ਲੱਭੇ ਕਿ ਜਿਹਦੇ ਨਾਲ ਲੋਕੀ ਪਰਾਲੀ ਨਾ ਜਲਾਉਣ, ਸਮਾਂ ਕੇ ਉਹਨੂੰ ਵੇਚਣ ਜਾਣ। ਬਿਲਕੁਲ, ਉਹਦੇ ਨਾਲ ਫਿਰ ਇਦਾਂ ਹੋ ਜਾਊਗਾ ਨਾ, ਫਿਰ ਕਿਸਾਨ ਨੂੰ ਪਤਾ ਹੋਊਗਾ ਕਿ ਮੈਨੂੰ ਇਹਦੀ ਕੋਈ ਟੈਨਸ਼ਨ ਨਹੀਂ ਹੈਗੀ, ਨਾ ਮੇਰੇ ਕੋਲ ਕੋਈ ਡਰ ਹੈ ਇਹਦੇ ਲਈ, ਹੈ ਨਾ। ਪ੍ਰੋਪਰ ਤਰੀਕਾ ਕੋਈ ਲੱਭਿਆ ਹੋਊਗਾ, ਨਾ ਟੈਨਸ਼ਨ ਨਾ ਡਰ, ਉਹ ਪਰਾਲੀ ਸਾੜੂਗਾ ਨਹੀਂ, ਜੋ ਸਰਕਾਰ ਨੇ ਜੋ ਵੀ ਲਾਗੂ ਕੀਤਾ ਹੈ ਤੇ ਉਹਨੂੰ ਫੋਲੋ ਕਰੂਗਾ, ਹੈ ਨਾ। ਤੇ ਹੁਣ ਕਹਿ ਲਓ ਕਿ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਤਾਂ ਸਰਕਾਰ ਨੇ ਕਰ ਹੀ ਦਿੱਤੀ ਹੈ। ਪਹਿਲੀ ਆਵਾਜ਼ ਸੁਣੀ ਨਹੀਂ ਤਾਂ ਉੱਪਰ ਦੀ ਹੋਰ ਕਹਿ ਲਓ ਕਿਹੜਾ ਰੋਬ ਮਾਰ ਦਿੱਤਾ। ਪਹਿਲੀ ਸੁਣ ਕੇ ਉਹਦਾ ਖਤਮ ਕੀਤਾ ਹੁੰਦਾ, ਉਸ ਤੋਂ ਮਗਰੋਂ ਸਮਝਾਇਆ ਜਾਂਦਾ। ਪਰਾਲੀ ਦੇ ਜਿਹੜੇ ਸਾੜਨ ਦੇ ਕੇਸ ਸੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਡਾਊਨ ਆ ਗਿਆ ਸੀ, ਬਹੁਤ ਜ਼ਿਆਦਾ ਘਟ ਗਿਆ ਸੀ। ਲੇਕਿਨ ਉਸ ਤੋਂ ਬਾਅਦ ਐਤਕੀ ਕੁਝ ਲੋਕ ਜਿਹੜੇ ਨੇ ਕਿਸਾਨ ਨੇ ਕੁਝ ਰੋਸ ਦੇ ਵਿੱਚ ਵੀ ਜਿਹੜੇ ਨੇ ਉਹ ਪਰਾਲੀ ਜਿਹੜੀ ਆ ਜਲਾ ਰਹੇ ਨੇ, ਤੇ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ। ਹਾਂ, ਹੁਣ ਗਾਂ ਦੀ ਗਾਂ ਜਿਹੜਾ ਪ੍ਰਚਾਰ ਹੋਏ ਵੀ ਹੋਣਾ ਚਾਹੀਦਾ ਕਿ ਦੀਵਾਲੀ ਦੇ ਪਟਾਕੇ ਨਾ ਚਲਾਏ ਜਾਣ, ਜਿਹੜੀਆਂ ਫੈਕਟਰੀਆਂ ਪੋਲੂਸ਼ਨ ਕਰਦੀਆਂ ਉਹਨਾਂ ਉੱਤੇ ਵੀ ਸਖਤੀ ਕੀਤੀ ਜਾਵੇ। ਸੈਕੰਡ, ਜਿਹੜਾ ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਆਪਣੀ ਗੱਡੀ ਦਾ ਪੋਲੂਸ਼ਨ ਕਰਵਾ ਲੈਂਦੇ ਆ, ਬੇਸ਼ੱਕ ਉਸ ਦਾ ਧੂੰਆਂ ਹੀ ਮਾਰਦੀ ਹੋਵੇ, ਤੁਹਾਨੂੰ ਉਹਦਾ ਸਰਟੀਫਿਕੇਟ ਮਿਲ ਜਾਏਗਾ। ਉਹ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪੋਲੂਸ਼ਨ ਫੈਲਾਉਣ ਦੇ ਵਿੱਚ, ਉਹ ਵੀ ਇੱਕ ਬਹੁਤ ਵੱਡਾ ਜਿਹੜਾ ਆ ਉਹਨਾਂ ਦਾ ਯੋਗਦਾਨ ਹੈਗਾ। ਬਿਲਕੁਲ। ਤੇ ਸਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜਾ ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਡਰਾਇਆ ਜਾ ਰਿਹਾ, ਤੇ ਹੁਣ ਜਦੋਂ ਲਗਾਤਾਰ ਧਰਨੇ ਜਾਰੀ ਆ ਤੇ ਕਿਸਾਨਾਂ ਨੂੰ ਇਹ ਕਹਿ ਕੇ ਡਰਾਇਆ ਜਾ ਰਿਹਾ ਸੀ ਕਿ ਤੁਸੀਂ ਜਿਹੜੀਆਂ ਲਾਈਨਾਂ ਆ, ਟਰੈਕ ਜਿਹੜਾ ਉਹ ਖਾਲੀ ਕਰ ਦਿਓ ਤਾਂ ਕਿ ਮਾਲ ਗੱਡੀਆਂ ਆ ਸਕਣ, ਹੈ ਨਾ, ਕਿਉਂਕਿ ਕੋਲਾ ਖਤਮ ਹੋ ਗਿਆ, ਬਿਜਲੀ ਬੰਦ ਹੋ ਜਾਣੀ ਆ, ਸਾਡੇ ਕੋਲ ਕੋਲਾ ਥੋੜਾ ਰਹਿ ਗਿਆ, ਮਤਲਬ ਬੜੀਆਂ ਕਹਿ ਲਓ ਹੈਡਲਾਈਨਸ ਚੱਲਦੀਆਂ ਰਹੀਆਂ। ਤੇ ਹੁਣ ਕਿਸਾਨ ਜਿਹੜੇ ਆ ਉਹ ਧਰਨਿਆਂ ਤੋਂ
ਮਤਲਬ ਕਹਿ ਲਓ ਕਿ ਬੇਸ਼ੱਕ ਉਹ ਰੇਲਵੇ ਲਾਈਨਾਂ ਤੇ ਧਰਨੇ ਦੇ ਰਹੇ ਨੇ ਪਰ ਹਟ ਕੇ ਦੇ ਰਹੇ ਨੇ ਟਰੈਕ ਤੋਂ, ਪਰ ਫਿਰ ਵੀ ਜਿਹੜੀਆਂ ਮਾਲ ਗੱਡੀਆਂ ਜਿਹੜੇ ਉਹ ਖਾਲੀ ਕੀਤੇ ਗਏ ਨੇ। ਹਾਂਜੀ, ਲੇਕਿਨ ਜਿਹੜੀਆਂ ਮਾਲ ਗੱਡੀਆਂ ਆ ਉਹ ਹਜੇ ਨਹੀਂ ਸ਼ੁਰੂ ਹੋਈਆਂ। ਕੀ ਕਾਰਨ ਆ ਇਹਦਾ? ਕਾਰਨ ਜਿਹੜਾ ਆ ਇੱਕ ਆਪਾਂ ਕਹਿੰਦੇ ਕੂਟਨੀਤਿਕ ਜਿਹੜੀ ਇਹ ਚਾਲ ਆ, ਇੱਕ ਪ੍ਰੈਸ਼ਰਾਈਜ਼ ਜਿਹੜਾ ਇਸ ਸੰਘਰਸ਼ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ, ਕਿ ਤਾਂ ਕਿ ਜਿਹੜੇ ਇੱਥੇ ਦੇ ਪੰਜਾਬ ਦੇ ਵਪਾਰੀ ਨੇ ਉਹਨਾਂ ਦਾ ਮਾਲ ਜਦੋਂ ਬਾਹਰ ਨਹੀਂ ਜਾ ਰਿਹਾ, ਜਿਹੜਾ ਝੋਨਾ ਖਰੀਦਿਆ ਜਾਂ ਹੋਰ ਆ ਵਪਾਰੀਆਂ ਦਾ ਜਾਂ ਹੋਰ ਸਮਾਨ ਆਉਣਾ ਆ, ਖਾਦ ਆਉਣੀ ਆ, ਇਹਦੇ ਨਾਲ ਜਿਹੜੀ ਇਹ ਕਣਕ ਦੀ ਬਿਜਾਈ ਆ ਉਹ ਵੀ ਲੇਟ ਹੋਣ ਦੇ ਚਾਂਸਸ ਆ। ਫਿਰ ਉਹ ਖਾਦ ਨਹੀਂ ਆ ਰਹੀ, ਜਿਹੜਾ ਵਪਾਰੀਆਂ ਦਾ ਸਮਾਨ ਆ ਉਹ ਬਾਹਰ ਨਹੀਂ ਜਾ ਰਿਹਾ। ਉਹ ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਸ਼ਹਿਰ ਦਾ ਵਪਾਰੀ ਆ ਜਿਹਦਾ ਬਾਹਰ ਸਮਾਨ ਨਹੀਂ ਜਾ ਰਿਹਾ, ਉਹ ਇਸ ਚੀਜ਼ ਨੂੰ ਲੈ ਕੇ ਉਹਦੇ ਮਨ ਵਿੱਚ ਗੁੱਸਾ ਆਵੇ ਤੇ ਉਹ ਇਸ ਸੰਘਰਸ਼ ਦੇ ਖਿਲਾਫ ਸ਼ਹਿਰੀ ਲੋਕ ਜਾਂ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਖੜਾ ਕਰਨਾ ਚਾਹੁੰਦੇ ਨੇ। ਇਸ ਕਰਕੇ ਜਿਹੜੀਆਂ ਆ ਮਾਲ ਗੱਡੀਆਂ ਹਜੇ ਤੱਕ ਨਹੀਂ ਚਲਾਈਆਂ ਜਾ ਰਹੀਆਂ। ਬਹਾਨਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਕਿ ਸਾਨੂੰ ਜਿਹੜਾ ਆ ਪੰਜਾਬ ਸਰਕਾਰ ਜਿਹੜਾ ਆ ਉਹ ਰਿਟਰਨ ਦੇਵੇ ਕਿ ਵੀ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਜਿਹੜੀ ਆ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ, ਹੈ ਨਾ। ਜਾਂ ਤਾਂ ਪੰਜਾਬ ਸਰਕਾਰ ਲਿਖ ਕੇ ਦੇ ਦੇਵੇ, ਲੇਕਿਨ ਹੋਰ 100 ਬਹਾਨੇ ਹੋ ਜਾਂਦੇ ਆ। ਮੇਨ ਕਾਰਨ ਇਹੀ ਆ ਕਿ ਇਸ ਸੰਘਰਸ਼ ਨੂੰ ਪ੍ਰੈਸ਼ਰਾਈਜ਼ ਕਰਨ ਲਈ, ਇਸ ਸੰਘਰਸ਼ ਨੂੰ ਲੀਹ ਤੋਂ ਲਾਉਣ ਦੇ ਲਈ ਜਿਹੜੀਆਂ ਇਹ ਚਾਲਾਂ ਜਿਹੜੀਆਂ ਨੇ ਉਹ ਚੱਲੀਆਂ ਜਾ ਰਹੀਆਂ ਨੇ। ਮਤਲਬ ਇਹ ਕਿ ਸਾਨੂੰ ਜਿਹੜਾ ਥੋੜੇ ਦਿਨ ਪਹਿਲਾਂ ਉਹ ਡਰਾਇਆ ਜਾ ਰਿਹਾ ਸੀ, ਫੋਕੀ ਧਮਕੀ ਜਿਹੜੀ ਕਹਿੰਦੇ ਉਹ ਦਿੱਤੀ ਜਾ ਰਹੀ ਸੀ, ਕੋਲਾ ਖਤਮ ਹੋ ਜਾਣਾ ਜਾਂ ਹੋਰ ਖਤਮ ਹੋ ਜਾਣਾ, ਕਿੰਨੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਸੀ। ਹਾਂ, ਕੋਲੇ ਦੀ ਘਾਟ ਜ਼ਰੂਰ ਹੋ ਸਕਦੀ ਆ, ਲੇਕਿਨ ਜਿਹੜਾ ਆ ਅਗਰ ਸਾਡਾ ਆਪਣਾ ਨੈਸ਼ਨਲ ਗ੍ਰਿਡ ਆ ਉਹਦੇ ਵਿੱਚ ਵਾਧੂ ਬਿਜਲੀ ਆ, ਉਥੋਂ ਕੋਲੇ ਨਾਲੋਂ ਸਸਤੀ ਬਿਜਲੀ ਜਿਹੜੀ ਆ ਉੱਥੋਂ ਖਰੀਦੀ ਜਾ ਸਕਦੀ ਆ। ਇਸ ਕਰਕੇ ਚਲੋ ਪੰਜਾਬ ਗਵਰਨਮੈਂਟ ਆ ਉਹਦਾ ਵੀ ਕੋਈ ਨਾ ਕੋਈ ਹੱਲ ਉਹ ਕੱਢੇਗੀ ਜੇ ਥਰਮਲ ਪਲਾਂਟ ਬੰਦ ਵੀ ਹੋ ਜਾਂਦੇ ਆ। ਲੇਕਿਨ ਹਾਂ, ਜੇ ਆਪਣੀਆਂ ਰੇਲ ਗੱਡੀਆਂ ਦੇ ਲਈ ਟਰੈਕ ਖਾਲੀ ਕੀਤੇ ਜਾ ਚੁੱਕੇ ਨੇ ਤਾਂ ਘੱਟੋ ਘੱਟ ਰੇਲ ਗੱਡੀਆਂ ਜਿਹੜੀਆਂ ਨੇ ਉਹ ਚਲਾ ਕੇ ਉੱਥੇ ਸਮਾਨ ਜੋ ਪੰਜਾਬ ਦੇ ਵਿੱਚ ਚਾਹੀਦਾ ਉਹ ਪਹੁੰਚਾਉਣਾ ਚਾਹੀਦਾ, ਜਿਹੜਾ ਇੱਥੋਂ ਚੁੱਕਣਾ ਆ ਉਹਨੂੰ ਲੈ ਕੇ ਜਾਣਾ ਚਾਹੀਦਾ ਜੀ। ਤੇ ਸਾਰੀਆਂ ਹੀ ਪਾਰਟੀਆਂ ਸਰ ਇਸ ਸਮੇਂ ਕਿਸਾਨਾਂ ਦੇ ਹੱਕ ਵਿੱਚ ਨੇ। ਬੇਸ਼ੱਕ ਅਸੀਂ ਅਕਾਲੀ ਦਲ ਦੀ ਗੱਲ ਕਰੀਏ, ਆਮ ਆਦਮੀ ਪਾਰਟੀ, ਹੋਰ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਨੇ। ਤੇ ਇਸ ਸਮੇਂ ਜੇਕਰ ਵਿਰੋਧ ਹੋ ਰਿਹਾ ਸਿਰਫ ਤੇ ਸਿਰਫ ਭਾਜਪਾ ਦਾ, ਤੇ ਭਾਜਪਾ ਨੇ ਜਿਹੜੀ ਇੱਕ ਨਵੀਂ ਚੇਨ ਸ਼ੁਰੂ ਕੀਤੀ ਹੈ ਕਿ ਉਹ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਇਦਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਬੜੀ ਤੇਜ਼ੀ ਨਾਲ ਸ਼ਾਮਲ ਕਰ ਰਹੇ ਨੇ। ਤੁਸੀਂ ਕਿੱਦਾਂ ਵੇਖ ਰਹੇ ਹੋ? ਸ਼ਾਮਲ ਨਹੀਂ ਕਰ ਰਹੇ, ਉਹਨਾਂ ਨੂੰ ਵੱਡੇ ਅਹੁਦੇ ਵੀ ਦਿੱਤੇ ਜਾ ਰਹੇ ਨੇ। ਪਿਛਲੇ ਦਿਨੀ ਜਿਹੜਾ ਆ 3 ਜਿਹੜੇ ਜੱਟ ਸਿੱਖ ਨੇਤਾ ਸੀ ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਜਿਹੜਾ ਸ਼ਾਮਲ ਵੀ ਕੀਤਾ। ਲੇਕਿਨ ਆਪਾਂ ਇੱਥੇ ਇਹ ਨਹੀਂ ਕਹਿੰਦੇ, ਅਗਰ ਭਾਜਪਾ ਨਾਲ ਗੱਲ ਕਰਦੇ ਆ, ਸਾਡੀ ਬਹੁਤ ਸਾਰੀ ਸੋਮ ਪ੍ਰਕਾਸ਼ ਜੀ ਨਾਲ ਵੀ ਗੱਲ ਹੋਈ ਆ, ਹੋਰ ਵੀ ਬਹੁਤ ਸਾਰੇ ਸੀਨੀਅਰ ਨੇਤਾਵਾਂ ਨਾਲ ਗੱਲ ਹੋਈ ਆ, ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਜਪਾ ਜਿਹੜੀ ਆ ਉਹ ਕਿਸਾਨ ਵਿਰੋਧੀ ਨਹੀਂ ਹੈਗੀ, ਕਿਸਾਨਾਂ ਦੇ ਹੱਕ ਵਿੱਚ ਆ। ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਆ, ਭਾਵੇਂ ਕਿਸੇ ਵੀ ਪਾਰਟੀ ਦਾ ਆਪਾਂ ਨਾਮ ਲੈ ਲਈਏ, ਉਹ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਦਾਅਵਾ ਕਰਦੇ ਨੇ। ਮੁੱਖ ਦੀ ਗੱਲ ਇਹ ਆ ਕਿ ਇੱਕ ਚੰਗਾ ਜਿਹੜਾ ਆ ਇਸ ਅੰਦੋਲਨ 'ਚ ਇਹ ਚੱਲ ਰਿਹਾ ਕਿ ਕਿਸਾਨ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੇ ਮੰਚ ਦੇ ਉੱਤੇ ਬੋਲਣ ਦੀ ਜਿਹੜੀ ਆ ਇਜਾਜ਼ਤ ਨਹੀਂ ਦਿੰਦੀਆਂ, ਉਹ ਚੰਗੀ ਗੱਲ ਆ। ਲੇਕਿਨ ਬੇਸ਼ੱਕ ਸਾਰੀਆਂ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ। ਸੋਚਣ ਵਾਲੀ ਗੱਲ ਹੈ ਕਿ ਢਿੱਡੋਂ ਕਿੰਨੇ ਨਾਲ ਨੇ। ਬਿਲਕੁਲ, ਬੇਸ਼ੱਕ ਕਿਸੇ ਵੀ ਪਾਰਟੀ ਦੀ ਗੱਲ ਕਰੀਏ, ਹਨਾ, ਤਾਂ ਤੁਸੀਂ ਇਹ ਦੇਖੋ, ਜੇ ਜਿਹਦੀ ਸਰਕਾਰ ਇੱਥੇ ਹੈ ਨਹੀਂ, ਜੇ ਦੂਜੇ ਸਟੇਟ ਦੇ ਵਿੱਚ ਆ, ਉੱਥੇ ਉਹਨਾਂ ਨੇ ਕਿਸਾਨਾਂ ਲਈ ਕੀ ਕੀਤਾ। ਜਿਹਦੀ ਇੱਥੇ ਸਰਕਾਰ ਆ, ਇੱਥੇ ਕਿਸਾਨਾਂ ਲਈ ਕੀ ਕੀਤਾ, ਕੀ ਉਹਨਾਂ ਦੀ ਸੋਚ ਕੀ ਸੀ ਪਹਿਲਾਂ, ਕਿ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਉਹਨੂੰ ਨਹੀਂ ਰੋਕਿਆ ਜਾ ਸਕਦਾ ਸੀ। ਜੋ ਲੋਕ ਉਦੋਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਉਦੋਂ ਉੱਥੇ ਵਿਰੋਧ ਕਿਉਂ ਨਹੀਂ ਕੀਤਾ। ਕਿਸਾਨਾਂ ਦੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਜਿਹੜਾ ਆ ਉਹ ਵਿਰੋਧ ਕੀਤਾ ਗਿਆ। ਪੰਜਾਬ ਸਰਕਾਰ ਜਾਂ ਹੋਰ ਜਿਨ੍ਹਾਂ ਨੇ ਸਾਰੇ ਜਿਹੜੀਆਂ ਸਿਆਸੀ ਪਾਰਟੀਆਂ ਨੇ, ਕਿਸੇ ਵੀ ਸਿਆਸਤ ਦੀ ਗੱਲ ਕਰੀਏ, ਉਹ ਇਸ ਸੰਘਰਸ਼ ਦੇ ਵਿੱਚੋਂ ਵੀ ਸਿਆਸਤ ਲੱਭਦੇ ਪਏ ਨੇ। ਉਹ ਕਿਸਾਨਾਂ ਨੂੰ ਇੱਕ ਵੋਟ ਬੈਂਕ ਦੇ ਵਜੋਂ ਜਿਹੜਾ ਆ ਉਹ ਦੇਖਦੇ ਪਏ ਨੇ। ਇਸ ਤੋਂ ਇਲਾਵਾ ਜੇ ਕਹੀਏ ਕਿ ਦਿਲੋਂ ਜੇ ਆਪਾਂ ਕਹੀਏ ਹਾਰ ਆ ਨਾਰਾ ਜਾਂ ਹੋਰ ਆ, ਇਹ ਸਭ ਜਿਹੜੇ ਨੇ ਉਹ ਦਿਖਾਵੇ ਨੇ। ਬਿਲਕੁਲ, ਕਿਉਂਕਿ ਤੁਸੀਂ ਦੇਖੋ ਕਿ ਜੇਕਰ ਅਸੀਂ ਮੂੰਹੋਂ ਕਹਿੰਦੇ ਆ ਕਿ ਅਸੀਂ ਨਾਲ ਆ, ਪਰ ਸਾਨੂੰ ਸਾਡਾ ਪਤਾ ਨਾ ਕਿ ਅਸੀਂ ਦਿਲੋਂ ਨਾਲ ਹੈਗੇ ਆ ਕਿ ਨਹੀਂ ਹੈਗੇ। ਤੇ ਸਰ ਜਿੱਦਾਂ ਦਾ ਹੁਣ ਹਾਲਾਤ ਬਣੇ ਹੋਏ ਨੇ, ਤੁਹਾਡਾ ਕੀ ਮੰਨਣਾ ਕਿ ਜਿਹੜੀਆਂ 2022 ਦੀਆਂ ਹੁਣ ਚੋਣਾਂ ਆਣੀਆਂ ਨੇ ਤੇ ਸਿਆਸਤ ਦੀ ਜਿਹੜੀ ਇੱਕ ਝਲਕ ਹੈ ਉਹ ਕਿਹੋ ਜਿਹੀ ਹੋਵੇਗੀ? ਦੇਖੋ, ਇਸ ਟਾਈਮ ਤੱਕ ਤਾਂ ਜਿਹੜਾ ਆ ਸੈਂਟਰ, ਜਿਹੜਾ ਅਗਰ ਆਪਾਂ ਗੱਲ ਕਰਦੇ ਆ ਇਹਨੂੰ ਪੰਜਾਬ ਸਰਕਾਰ ਨੂੰ, ਉਹਨੂੰ ਕਿਤੇ ਨਾ ਕਿਤੇ ਇਸ ਸੰਘਰਸ਼ ਦਾ ਬੈਨੀਫਿਟ ਮਿਲਦਾ ਜਿਹੜਾ ਆ ਉਹ ਦਿਸਦਾ ਪਿਆ। ਬਿਲਕੁਲ। ਲੇਕਿਨ ਇੱਕ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਇਸ ਟਾਈਮ ਕਿਸਾਨਾਂ ਦਾ, ਬੇਸ਼ੱਕ ਭਾਜਪਾ ਵੀ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ, ਲੇਕਿਨ ਕਿਸਾਨਾਂ ਦਾ ਗੁੱਸਾ ਜਿਹੜਾ ਹੈ ਭਾਜਪਾ ਦੇ ਖਿਲਾਫ ਆ। ਸੈਂਟਰ ਦੇ ਵਿੱਚ ਉਹ ਭਾਜਪਾ ਆ। ਅਕਾਲੀ ਦਲ ਵੀ ਜਿਹੜਾ ਹੈ ਭਾਜਪਾ ਦਾ ਸਾਥ ਛੱਡ ਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੇਵ ਕਰ ਗਿਆ, ਨਹੀਂ ਤਾਂ ਉਹਨਾਂ ਦਾ ਪਿੰਡਾਂ ਵਿੱਚ ਵੜਨਾ ਜਿਹੜਾ ਆ ਉਹ ਮੁਸ਼ਕਿਲ ਹੋ ਜਾਣਾ ਸੀ ਨਾ। ਤੇ ਜਿਹੜਾ 22 ਦੀਆਂ ਚੋਣਾਂ ਆ ਉਹ ਕਿਸ ਤਰੀਕੇ ਨਾਲ ਜਿਹੜੇ ਨੇ ਗਰੁੱਪ ਬਣ ਗਏ, ਕਿਹੜੀ ਪਾਰਟੀ ਦੇ ਨਾਲ ਜਾਂਦੀ ਆ, ਉਦੋਂ ਤੱਕ
ਕੀ ਕਿਸਾਨਾਂ ਦੇ ਲਈ ਫੈਸਲਾ ਆਉਂਦਾ, ਫੈਸਲਾ ਆ ਕੇ ਕੀ ਜਿਹੜਾ ਭਾਜਪਾ ਆ ਕਿਸਾਨਾਂ ਦਾ ਵਿਸ਼ਵਾਸ ਜਿੱਤ ਪਾਉਂਦੀ ਆ। ਹੁਣ ਕੱਲ ਦਾ ਜਿਹੜਾ ਉਹਨਾਂ ਦਾ ਬਿਆਨ ਸੀ, ਉਹਨਾਂ ਨੇ ਕਿਹਾ ਕਿ 117 ਸੀਟਾਂ ਦੇ ਉੱਤੇ ਭਾਜਪਾ ਜਿਹੜੀ ਆ ਉਹ ਆਪਣੀ ਇਲੈਕਸ਼ਨ ਆ ਉਹ ਲੜੇਗੀ ਵਿਧਾਨ ਸਭਾ ਦੇ ਉੱਤੇ। ਤੇ ਉਸ ਤੋਂ ਪਹਿਲਾਂ ਜਿਹੜਾ ਆ ਪਿੰਡ ਤੋਂ ਪਿੰਡ ਜਾ ਕੇ, ਹਰ ਏਰੀਆ ਦੇ ਵਿੱਚ ਜਾ ਕੇ, ਘਰ ਘਰ ਜਾ ਕੇ ਲੋਕਾਂ ਨੂੰ ਜਿਹੜਾ ਆ ਆਪਣੇ ਨਾਲ ਜੋੜਿਆ ਜਾਵੇਗਾ ਔਰ ਦੱਸਿਆ ਜਾਵੇਗਾ ਕਿ ਜਿਹੜੀਆਂ ਇਹ ਆਰਡੀਨੈਂਸ ਨੇ ਇਹ ਕਿੱਥੇ ਕਿੱਥੇ ਕਿਸਾਨਾਂ ਦੇ ਹੱਕ ਵਿੱਚ ਨੇ। ਉਹ ਆਪਣੇ ਤਰੀਕੇ ਚਲੋ ਸਮਝਾਉਣਾ, ਮੈਂ ਕਹਿੰਦਾ ਜੇ ਤੁਸੀਂ ਕਹਿੰਦੇ ਹੱਕ ਜਾਂ ਸਮਝਾਉਣਾ ਤੁਹਾਡਾ ਫਰਜ਼ ਆ, ਸਮਝਾਉਣਾ ਬਣਦਾ ਵੀ ਆ, ਲੇਕਿਨ ਪਿੰਡਾਂ ਵਿੱਚ ਜਾ ਕੇ ਕੀ ਉੱਥੇ ਟਕਰਾਅ ਦੀ ਨੀਤੀ ਨਹੀਂ ਆਏਗੀ। ਬਿਲਕੁਲ ਟਕਰਾਅ ਹੋਣ ਦੇ ਚਾਂਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਵਿੱਚ। ਮੈਂ ਕਹਿੰਦਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਨਾ ਵੀ ਕਰਨ, ਕੋਈ ਸ਼ਰਾਰਤੀ ਜਿਹੜੇ ਕਿਸੇ ਵੀ ਪਾਰਟੀ ਤੋਂ ਆ ਕੇ ਰਲੇ ਹੋਏ ਹੁੰਦੇ ਨੇ, ਉਹ ਵਿੱਚ ਸ਼ਰਾਰਤਾਂ ਜਿਹੜੀਆਂ ਨੇ ਬਿਲਕੁਲ, ਕਿਉਂਕਿ ਇਹ ਧਰਨਿਆਂ ਦੌਰਾਨ ਕਾਫੀ ਕੁਝ ਇਦਾਂ ਦਾ ਦੇਖਣ ਨੂੰ ਮਿਲਿਆ, ਇਦਾਂ ਚੀਜ਼ਾਂ ਦੇਖਣ ਨੂੰ ਮਿਲਦੀਆਂ। ਲੇਕਿਨ ਜੇ ਭਾਜਪਾ ਨੇ ਮਾੜਾ ਮੋਟਾ ਵੀ ਆਪਣਾ ਕੋਈ ਰਸੂਖ ਆ ਪੰਜਾਬ ਦੇ ਵਿੱਚ ਦਿਖਾਲਣਾ, ਤਾਂ ਉਹਨੂੰ ਕਿਸਾਨਾਂ ਦਾ ਮੁੱਦਾ ਉਸ ਤੋਂ ਪਹਿਲਾਂ ਬਹੁਤ ਜਲਦ ਹੱਲ ਕਰਕੇ ਫਿਰ ਜਿਹੜਾ ਆ ਇਸ ਫੀਲਡ ਦੇ ਵਿੱਚ ਕੁਦਰਨਾ ਪਏਗਾ, ਨਹੀਂ ਤਾਂ ਮੁਸ਼ਕਲ ਹੋ ਜਾਏਗਾ ਜੀ। ਤੇ ਸਰ ਕਿਸਾਨਾਂ ਦਾ ਜਿਵੇਂ ਗੁੱਸਾ ਬੜਾ ਹੁਣ ਤੇਜ਼ ਹੋ ਚੁੱਕਾ ਹੈ, ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਹੁਣ ਸੰਘਰਸ਼ ਵੀ ਕਰਦੇ ਆ ਰਹੇ ਸੀ, ਉਹਨਾਂ ਦੀ ਆਵਾਜ਼ ਨਹੀਂ ਸੁਣੀ ਗਈ, ਜਦ ਕਿ ਹੋਰ ਆਰਡੀਨੈਂਸ ਜਿਹੜਾ ਉਹ ਥੋਪ ਦਿੱਤਾ ਗਿਆ ਹੈ ਨਾ। ਤੇ ਕਿਸਾਨਾਂ ਵੱਲੋਂ ਜਿਹੜਾ ਗੁੱਸੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਟਸ ਤੋਂ ਮਸ ਨਹੀਂ ਹੋਣਾ, ਜੇਕਰ ਸਾਡੀ ਪਰਾਲੀ ਦਾ ਧੂੰਆਂ ਦਿੱਲੀ ਤੱਕ ਪਹੁੰਚ ਸਕਦਾ ਤੇ ਜਿਹੜੀ ਸਾਡੀ ਆਵਾਜ਼ ਆ ਉਹ ਜ਼ਰੂਰ ਪਹੁੰਚੂਗੀ, ਹੈ ਨਾ। ਕਿ ਅਸੀਂ ਦਿੱਲੀ ਸਰਕਾਰ ਨੂੰ ਦੱਸਾਂਗੇ ਕਿ ਅਸੀਂ ਕਿੱਥੇ ਸਟੈਂਡ ਕਰਦੇ, ਸਾਡਾ ਕਿੰਨਾ ਕੁ ਏਕਾ ਹੈਗਾ। ਤੁਹਾਨੂੰ ਕੀ ਲੱਗਦਾ ਕਿ ਇਸ ਜਿਹੜਾ ਸੰਘਰਸ਼ ਜਿਹੜਾ ਗਰਮ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਾਣ ਵਾਲਾ, ਤੁਹਾਡੀ ਆਪਣੀ ਕੀ ਸੋਚ ਹੈਗੀ ਹੈ? ਦੇਖੋ ਸੰਘਰਸ਼, ਮੈਂ ਤੁਹਾਨੂੰ ਜਿੱਦਾਂ ਗੱਲ ਪਹਿਲਾਂ ਕਰਕੇ ਹਟਿਆ ਕਿ ਜਿਹੜਾ ਇਹ ਜਾਣ ਦੀ ਗੱਲ ਆ, ਇਹ ਕਿਉਂਕਿ ਪੰਜਾਬ ਤੋਂ ਬਾਹਰ ਜੇ ਆਪਾਂ ਗੱਲ ਕਰੀਏ, ਜੇ ਤਾਂ ਪੂਰੇ ਪੰਜਾਬ ਇੰਡੀਆ ਦੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਸ ਪਾਸੇ ਨੂੰ ਤੁਰ ਪੈਂਦੀਆਂ, ਫਿਰ ਤਾਂ ਫੌਰਨ ਇਹਦਾ ਜਿਹੜਾ ਫੈਸਲਾ ਉਹ ਹੋ ਜਾਏਗਾ ਜੀ। ਲੇਕਿਨ ਜੋ ਸੈਂਟਰ ਸਰਕਾਰ ਦਾ ਅੜੀਅਲ ਜਿਹੜਾ ਰਵੱਈਆ ਆ ਉਹ ਚੱਲਦਾ ਪਿਆ ਆ, ਉਹ ਜੇ ਜ਼ਿਆਦਾ ਲੰਬਾ ਚੱਲਦਾ ਰਿਹਾ ਹਨਾ, ਇਹ ਤਾਂ ਸ਼ੋਰ ਆ ਕਿ ਕਿਸਾਨ ਆਪਣੇ ਧਰਨਿਆਂ ਤੋਂ ਉੱਠਣ ਵਾਲੇ ਨੇ। ਤੁਸੀਂ ਦੇਖਿਆ ਹੋਣਾ ਕਿ ਬਜ਼ੁਰਗ, ਬੱਚੇ, ਹਰ ਇੱਕ ਬੰਦਾ ਜਿਹੜਾ ਆ ਉੱਥੇ ਉਹ ਪਹੁੰਚ ਰਿਹਾ ਵੱਧ ਚੜ ਕੇ ਹਿੱਸਾ ਇਹ ਜਿੰਨਾ ਜ਼ਿਆਦਾ ਲੰਬਾ ਚੱਲੇਗਾ, ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਜਿਹੜਾ ਆ ਇੰਡੀਆ ਦੀ ਜਿਹੜੀ ਸਰਕਾਰ ਆ ਉਹਦੀ ਬਦਨਾਮੀ ਹੋ ਰਹੀ ਆ ਕਿ ਉੱਥੇ ਦੇ ਕਿਸਾਨਾਂ ਦੀ ਸਰਕਾਰ ਜਿਹੜੀ ਆ ਸੁਣਦੀ ਨਹੀਂ ਪਈ, ਉਹਨਾਂ ਨਾਲ ਗੱਲ ਨਹੀਂ ਕਰਦੀ ਪਈ, ਅੜੀਅਲ ਰਵੱਈਆ ਅਪਣਾਉਂਦੀ ਪਈ ਆ। ਇਹ ਜਿਹੜਾ ਆ ਪੂਰਾ ਜਿਹੜਾ ਇੱਕ ਮੈਸੇਜ ਆ ਉਹ ਇੰਡੀਅਨ ਗਵਰਨਮੈਂਟ ਦੇ ਲਈ ਬਹੁਤ ਗਲਤ ਜਾਏਗਾ। ਤੇ ਜੇ ਆਪਾਂ ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰੀਏ ਤੇ ਇਹ ਇੱਕ ਜੁਟਤਾ ਬਣਾਈ ਰੱਖਣ ਹਨਾ, ਫਿਰ ਇਹ ਸੰਘਰਸ਼ ਜਿਹੜਾ ਆ ਇਹ ਇਹਨਾਂ ਦਾ ਚੱਲਦਾ ਰਹੇਗਾ ਤੇ ਕੁਛ ਨਾ ਕੁਛ ਇਹਦਾ ਹੱਲ ਜਿਹੜਾ ਆ ਜ਼ਰੂਰ ਨਿਕਲੇਗਾ। ਦੋਨੇ ਧਿਰਾਂ ਜਿਹੜੀਆਂ ਨੇ ਉਹ ਬਿਲਕੁਲ ਅੜੀਆਂ ਹੋਈਆਂ ਨੇ, ਉਹ ਕਹਿੰਦੇ ਦੇਣਾ ਕੁਛ ਨਹੀਂ, ਉਹ ਕਹਿੰਦੇ ਲੈ ਕੇ ਛੱਡਣਾ। ਬਿਲਕੁਲ, ਇਸ ਕਰਕੇ ਇਹਦਾ ਹੱਲ ਕਿਤੇ ਨਾ ਕਿਤੇ ਜ਼ਰੂਰ ਨਿਕਲੇਗਾ ਜੀ। ਤੇ ਸਰ ਜੇਕਰ ਅਸੀਂ ਕਿਸਾਨੀ ਦੇ ਟੌਪਿਕ ਤੋਂ ਥੋੜਾ ਦੂਸਰੇ ਟੌਪਿਕ ਵੱਲ ਜਾਈਏ, ਕੋਵਿਡ-19 ਵੱਲ ਜੇਕਰ ਅਸੀਂ ਜਾਈਏ, ਅਸੀਂ ਜਾਣਦੇ ਹਾਂ ਕਿ ਅਸੀਂ ਸਿਰਫ ਤੇ ਸਿਰਫ ਕਹ ਲੋ ਕਿ ਫ੍ਰੀ ਮਾਈਂਡ ਹੋ ਗਿਆ ਕਿ ਕਰੋਨਾ ਕੁਝ ਨਹੀਂ ਹੈਗਾ ਨਾ, ਸਾਡੇ ਆਲੇ ਦੁਆਲੇ ਕੁਝ ਨਹੀਂ ਹੈਗਾ। ਪਰ ਜੋ ਖਬਰਾਂ ਵਿਦੇਸ਼ਾਂ ਤੋਂ ਆ ਰਹੀਆਂ ਨੇ, ਯੂਰਪ ਤੋਂ ਆ ਰਹੀਆਂ ਨੇ, ਹੋਰ ਕੰਟਰੀਆਂ ਤੋਂ ਆ ਰਹੀਆਂ ਨੇ, ਉਹਨਾਂ ਨੂੰ ਵੇਖ ਕੇ ਇੱਕ ਡਰ ਜਿਹਾ ਜਿਹੜਾ ਦੁਬਾਰਾ ਉੱਠਣਾ ਸ਼ੁਰੂ ਹੋ ਗਿਆ ਹੈ ਨਾ। ਉੱਪਰੋਂ ਤਿਉਹਾਰਾਂ ਦਾ ਸੀਜ਼ਨ ਹੈਗਾ, ਤੁਸੀਂ ਕਿਸ ਨਜ਼ਰ ਨਾਲ ਵੇਖ ਰਹੇ ਹੋ ਕਿ ਜਿਹੜਾ ਬਾਜ਼ਾਰਾਂ 'ਚ ਇੰਨਾ ਰਸ਼ ਵੀ ਹੈਗਾ, ਅਸੀਂ ਤਿਉਹਾਰ ਵੀ ਮਨਾ ਰਹੇ ਹਾਂ, ਅਸੀਂ ਖੁੱਲ੍ਹੇਆਮ ਤੁਰੇ ਫਿਰਦੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਦੇਖੋ ਬਾਜ਼ਾਰਾਂ ਦੇ ਵਿੱਚ ਰਸ਼ ਤਾਂ ਤਿਉਹਾਰਾਂ ਨੂੰ ਕਰਕੇ ਜਾਂ ਹੁਣ ਜਿਹੜੇ ਵਿਆਹਾਂ ਦੇ ਲਈ ਥੋੜੀ ਜਿਹੀ ਖੁੱਲ੍ਹ ਮਿਲੀ ਆ ਉਹਨੂੰ ਲੈ ਕੇ ਜਿਹੜਾ ਬਾਜ਼ਾਰਾਂ ਦੇ ਵਿੱਚ ਰਸ਼ ਹੋਣਾ ਹੈ ਨਾ ਜੀ। ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹੜਾ ਆ ਆਪਣੇ ਆਪ ਨੂੰ ਸੇਫ ਰੱਖੋ। ਅਸੀਂ ਨਹੀਂ ਚਾਹੁੰਦੇ, ਕੋਈ ਵੀ ਨਹੀਂ ਚਾਹੇਗਾ ਕਿ ਸੈਕੰਡ ਵੇਵ ਜਿਹੜੀ ਆ ਉਹ ਇੰਡੀਆ ਦੇ ਵਿੱਚ ਆਵੇ, ਅਸੀਂ ਦੁਬਾਰਾ ਫੇਰ ਉਨੀਆਂ ਪਰੇਸ਼ਾਨੀਆਂ ਝੱਲੀਏ। ਇਹ ਕਹਿ ਦਿੰਦੇ ਆ, ਬਹੁਤ ਲੋਕਾਂ ਦਾ ਇੱਕ ਡਾਇਲੌਗ ਹੁੰਦਾ ਹੈ ਕਿ ਕਰੋਨਾ 'ਚ ਹੈ ਕੀ ਆ, ਕੁਛ ਵੀ ਨਹੀਂ ਹੈਗਾ, ਮੈਨੂੰ ਹੋਇਆ ਆ ਹੋਇਆ। ਲੇਕਿਨ ਜਿਹਦੇ ਘਰ ਦਾ ਇੱਕ ਮੈਂਬਰ ਚਲੇ ਜਾਂਦਾ, ਉਸ ਪਰਿਵਾਰ ਨੂੰ, ਉਸ ਏਰੀਏ ਨੂੰ, ਉਹਨਾਂ ਨੂੰ ਪੁੱਛ ਕੇ ਦੱਸੋ, ਉਹਨਾਂ ਲਈ ਤਾਂ ਸਭ ਕੁਝ ਚਲਾ ਗਿਆ ਨਾ। ਬਿਲਕੁਲ, ਉਹਨਾਂ ਲਈ ਪੁੱਛੋ ਕਰੋਨਾ ਕੁਝ ਹੈ। ਕਿਉਂਕਿ ਸਾਨੂੰ ਇੱਕ ਗੱਲ ਆਪਣੇ ਦਿਮਾਗ 'ਚ ਬਿਠਾਉਣੀ ਚਾਹੀਦੀ ਹੈ ਕਿ ਸਾਡੇ ਲਈ ਸਰਕਾਰ ਨੇ ਨਹੀਂ ਖੜਨਾ, ਅਸੀਂ ਖੁਦ ਹੀ ਖੜਨਾ। ਪਹਿਲੀ ਵੇਵ 'ਚ ਅਸੀਂ ਦੇਖ ਲਿਆ ਹੈ ਨਾ। ਕਾਲਰ ਸਾਡੇ ਕੋਲ ਜੁੜੇ ਜੀ, ਹੈਲੋ। ਹਾਂਜੀ ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਕਿ ਕਰੋਨਾ ਆਇਆ ਜਿਹੜਾ ਲਾਕਡਾਊਨ ਦਾ ਦੁਬਾਰਾ ਲੱਗ ਸਕਦਾ ਹੈ ਕਿ ਐਵੇਂ ਹਵਾ ਹੀ ਹੈ? ਦੁਬਾਰਾ ਲਾਕਡਾਊਨ ਦੀ ਗੱਲ ਕਰਦੇ ਹੋ? ਹਾਂਜੀ ਹਾਂਜੀ, ਮੈਂ ਕਿਹਾ ਹਵਾ ਦਾ ਨਹੀਂ ਕਿ ਲੱਗੇ ਹੋਇਆ ਇਹ ਨਹੀਂ, ਇਹਦੇ ਵਿੱਚ ਇਹ ਹੁੰਦੀ ਆ ਕਿ ਬਈ ਲਾਕਡਾਊਨ ਜੇ ਅਗਰ ਸਰਕਾਰ ਦੀ ਮਜਬੂਰੀ ਆਈ ਤਾਂ ਲਾਕਡਾਊਨ ਜਿਹੜਾ ਆ ਉਹ ਲਗਾਇਆ ਜਾ ਸਕਦਾ ਆ। ਪਰ ਕਿ ਜਿੱਦਾਂ ਕਿ ਆਪਣੀ ਇੱਥੇ ਦੀ ਆਪਣੀ ਇਕਨੋਮੀ ਡਿੱਗੀ ਆ ਹਨਾ, ਉਹ ਇਸ ਕਰਕੇ ਵਪਾਰ ਬੰਦ ਕਰਨੇ, ਕਿਉਂਕਿ ਬਾਹਰਲੀਆਂ ਕੰਟਰੀ ਦੇ ਵਿੱਚ ਹੁੰਦਾ ਕਿ ਸਰਕਾਰ ਸਪੋਰਟ ਕਰਦੀ ਆ, ਇਸ ਕਰਕੇ ਵਪਾਰ ਬੰਦ ਹੋ ਸਕਦੇ ਆ। ਲੇਕਿਨ ਇੱਥੇ ਸਰਕਾਰ ਸਪੋਰਟ ਨਹੀਂ ਕਰਦੀ, ਇੰਨੀ ਦੇਰ ਜਿਹੜੇ ਨੇ ਵਪਾਰ ਉਹ ਬੰਦ ਨਹੀਂ ਹੋ ਸਕਦੇ। ਬਾਕੀ ਇਹ ਫੈਸਲਾ ਜਿਹੜਾ ਆ, ਅਸੀਂ ਤਾਂ ਇਹ ਕਹਿੰਦੇ ਆ ਕਿ ਇਹ ਮੌਕਾ ਹੀ ਨਾ ਆਵੇ, ਇੰਡੀਆ ਦੇ ਵਿੱਚ ਸੈਕੰਡ ਵੇਵ ਹੀ ਨਾ ਆਵੇ,
ਤੇ ਇਹ ਸਵਾਲ ਹੀ ਨਾ ਪੈਦਾ ਹੋਵੇ ਕਿ ਇੱਥੇ ਲਾਕਡਾਊਨ ਲਗਾਇਆ ਜਾ ਸਕਦਾ ਤੇ ਜਲਦੀ ਤੋਂ ਜਲਦੀ ਜਿਹੜੀ ਆ ਇੰਡੀਆ ਆ ਉਹ ਕਰੋਨਾ ਰਹਿਤ ਕੰਟਰੀ ਜਿਹੜੀ ਆ ਉਹ ਬਣ ਜਾਵੇ, ਤਾਂ ਜਾ ਕੇ ਜਿਹੜਾ ਆ ਸਾਡਾ ਇਹ ਛੁਟਕਾਰਾ ਹੋਏਗਾ। ਬਾਕੀ ਲਾਕਡਾਊਨ ਦਾ ਜੇ ਅਗਰ ਤਲਵਾਰ ਦੀ ਗੱਲ ਕਰੀਏ ਉਹ ਸਦਾ ਹੀ ਸਾਡੇ ਸਿਰ ਦੇ ਉੱਤੇ ਲਮਕਦੀ ਆ, ਕਿਉਂਕਿ ਜੇ ਮਜਬੂਰੀ ਆ ਜਾਵੇ ਗਵਰਨਮੈਂਟ ਦੀ ਤਾਂ ਉਹਨੂੰ ਲਗਾਉਣਾ ਵੀ ਪੈ ਸਕਦਾ। ਧੰਨਵਾਦ ਜੀ, ਧੰਨਵਾਦ ਜੀ ਕਾਲ ਕਰਨ ਲਈ। ਉਹ ਵੀ ਇਹੀ ਕਹਿ ਰਹੇ ਕਿ ਸਿਰਫ ਡਰਾਵਾ ਹੀ ਆ ਜਾਂ ਫਿਰ ਅਫਵਾਹਾਂ ਹੀ ਆ, ਕਿਉਂਕਿ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਫਵਾਹਾਂ ਹੀ ਮੰਨੀ ਜਾ ਰਹੇ ਹਾਂ, ਅਸੀਂ ਸੀਰੀਅਸ ਕਿਸੇ ਗੱਲ ਤੇ ਨਹੀਂ ਹੋਏ। ਬਾਕੀ ਕੰਟਰੀਆਂ ਵਾਲੇ ਜਿੱਥੇ ਪਹਿਲਾਂ ਲੋਕਡਾਊਨ ਲੱਗਾ ਸੀ, ਜਦੋਂ ਉਹਨਾਂ ਨੂੰ ਸਥਿਤੀ ਵਧੀਆ ਲੱਗੀ ਪਈ, ਸਾਫ਼ ਹੋ ਚੁੱਕੀ ਹੈ, ਉਹਨਾਂ ਨੇ ਲੋਕਡਾਊਨ ਖੋਲ ਦਿੱਤਾ, ਪ੍ਰੋਪਰ ਪਹਿਲਾਂ ਵਾਲੀ ਜ਼ਿੰਦਗੀ ਜਿਹੜੀ ਉਹ ਜਿਉਣੀ ਸ਼ੁਰੂ ਕਰ ਆਪਣੇ ਪਹਿਲਾਂ ਵਾਲੀ ਆ। ਆਪਣੇ ਦੇਖੋ ਹੁਣ ਤੁਸੀਂ ਇੰਗਲੈਂਡ ਦੀ ਗੱਲ ਕਰ ਲਓ, ਕੈਨੇਡਾ ਦੀ ਗੱਲ ਕਰ ਲਓ, ਉੱਥੇ ਵਿਆਹ ਦੇ ਉੱਤੇ 7 ਬੰਦੇ ਅਲਾਉਡ ਨੇ। ਸਾਡੇ ਸਾਰਾ ਟੱਬਰ ਹੀ, ਸਾਡੇ ਆਪਣੇ 200 ਹੋ ਗਿਆ, ਬਿਲਕੁਲ 200 ਕਰਕੇ 250-300 ਹੋ ਜਾਂਦਾ ਆ, ਹਨਾ। ਇੰਨਾ ਬੰਦਾ ਇੱਥੇ ਅਲਾਓ ਆ। ਲੇਕਿਨ ਦੇਖੋ ਇਹ ਜ਼ਰੂਰ ਆ ਕਿ ਜੇ ਅਸੀਂ ਕਿਸੇ ਪਾਰਟੀ ਦੇ ਕਹਿੰਦੇ ਇੰਨੇ ਬੰਦੇ ਆ, ਸਾਨੂੰ ਵੀ ਉੱਥੇ ਡਰ ਲੱਗਣਾ ਆ ਕਿ ਬਈ ਜੇ ਅਸੀਂ ਉੱਥੇ ਗਏ ਆ ਕਿਤੇ ਉਹਨਾਂ ਵਿੱਚੋਂ ਇੱਕ ਬੰਦਾ ਵੀ ਪੀੜਤ ਹੋਇਆ ਤਾਂ ਉਹ ਕਿੰਨੇ ਬੰਦਿਆਂ ਨੂੰ ਆਪਣੇ ਨਾਲ ਜਿਹੜਾ ਆ ਉਹ ਡਿਸਟਰਬ ਕਰ ਦੇਗਾ ਤੇ ਇਸ ਬਿਮਾਰੀ ਦੀ ਚਪੇਟ ਵਿੱਚ ਲੈ ਆਵੇਗਾ। ਇਸ ਕਰਕੇ ਜੇ ਕਿਸੇ ਵਿਆਹ ਸ਼ਾਦੀ ਤੇ ਜਾਣਾ ਵੀ ਆ ਤੇ ਮਾਸਕ ਲਾ ਕੇ, ਪਰ ਉੱਥੇ ਜਾ ਕੇ ਗੋਲਗੱਪੇ ਵੀ ਖਾਣੇ ਹੁੰਦੇ ਆ, ਮਾਸਕ ਲਾ ਕੇ ਗੋਲਗੱਪੇ ਨਹੀਂ ਖਾਦੇ ਜਾਂਦੇ। ਮਨਪ੍ਰੀਤ ਇਹ ਵੀ ਗੱਲ ਹੈਗੀ ਆ, ਉਹ ਜ਼ਰੂਰੀ ਆ। ਹਾਂ ਉਹ ਵੀ ਜ਼ਰੂਰੀ ਆ। ਤੇ ਇਹ ਹੈ ਕਿ ਮਾਸਕ ਲਾ ਕੇ ਜਾਂ ਹੋਰ ਆਪਣੀ ਥੋੜੀ ਸੇਫਟੀ ਦੇ ਨਾਲ ਉੱਥੇ ਰਹੋ ਤੇ ਜਿੰਨੀ ਗੱਲ ਦੀ ਸ਼ਗਨ ਦੇ ਕੇ ਜਲਦੀ ਘਰ ਪਹੁੰਚ ਜਾਓਗੇ ਉਨਾ ਚੰਗਾ ਆ। ਜ਼ਰੂਰੀ ਨਹੀਂ ਵੀ ਸਾਰੀ ਫੈਮਿਲੀ ਨੇ ਜਾਣਾ, ਆਪਣਾ ਤੁਸੀਂ ਉਹਨਾਂ ਬਚਾਓ ਵੀ ਜਿਹੜਾ ਆ ਕਰ ਸਕਦਾ। ਅਗਰ ਫੈਮਿਲੀ ਦਾ ਫੰਕਸ਼ਨ ਹੈ ਫਿਰ ਤਾਂ ਚਲੋ ਕਰਨਾ ਪੈਂਦਾ, ਲੇਕਿਨ ਜੇ ਤੁਸੀਂ ਉੱਦਾਂ ਕਿਸੇ ਸੱਜਣ ਮਿੱਤਰ ਦੇ ਜਾ ਰਹੇ ਜਿੰਨਾ ਘੱਟ ਟਾਈਮ ਲਾਓਗੇ ਉਹਨਾਂ ਚੰਗਾ ਰਹੋਗੇ। ਬਿਲਕੁਲ, ਬਾਅਦ ਚੋਂ ਪਤਾ ਲੱਗੇ ਕਿ ਇਕੱਠੇ ਬਹਿ ਕੇ ਚਾਹ ਪਾਣੀ ਪੀਤਾ, ਜਦੋਂ ਇੱਕ ਦੀ ਖਬਰ ਆਈ ਜੀ ਉਹ ਕਰੋਨਾ, ਤਾਂ ਆਪਣੇ ਆਪ ਨੂੰ ਉਦਾਂ ਹੀ ਫੀਲ ਹੋਣ ਲੱਗ ਪੈਣਾ ਵੀ ਮੈਨੂੰ ਤਾਂ ਨਹੀਂ ਕਿਤੇ ਹੋ ਗਿਆ, ਹਨਾ। ਤੇ ਇਸ ਤੋਂ ਪਹਿਲਾਂ ਡਰਨ ਨਾਲੋਂ ਚੰਗਾ ਇਹ ਹੈ ਕਿ ਅਸੀਂ ਜਿਹੜੀਆਂ ਸਾਵਧਾਨੀਆਂ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਵਰਤੀਏ। ਤੁਸੀਂ ਹੁਣ ਦੇਖੋ ਕਿ ਜਿਹੜੇ ਮਾਸਕ ਨੇ ਮਤਲਬ ਉਹ ਵੀ ਬੜੇ ਸਟਾਈਲਿਸ਼ ਆ ਗਏ ਨੇ। ਬਿਲਕੁਲ, ਕਾਸਟਿਊਮ ਜਿਹੜਾ ਸਾਰਾ ਉਸ ਹਿਸਾਬ ਨਾਲ ਕਸਟਮ ਜਿਹੜੇ ਕਰਦੇ ਨੇ ਕਿ ਵੀ ਤੁਸੀਂ ਆਪਣਾ ਭਾਵੇਂ ਤੂੰ ਆਪਣਾ ਨਾਮ ਇੱਥੇ ਧਾਮੀ ਲਿਖਾ ਸਕਦੀ ਹੈ, ਕੁਝ ਲੈ ਸੂਟਾਂ ਦੇ ਨਾਲ ਦੇ ਮਾਸਕ ਮਿਲ ਰਹੇ ਨੇ, ਸੂਟਾਂ ਨਾਲ ਮੈਚਿੰਗ ਮਿਲ ਗਿਆ, ਇਦਾਂ ਹੀ ਸ਼ਰਟਾਂ ਦੇ ਨਾਲ ਮੈਚਿੰਗ ਆ ਗਏ ਆ ਜੀ। ਤੇ ਲੇਕਿਨ ਫਿਰ ਵੀ ਪਾਉਣਾ ਜਿਹੜਾ ਆ ਉਹ ਮੁਸ਼ਕਿਲ ਤਾਂ ਲੱਗਦਾ, ਲੇਕਿਨ ਸਾਰਿਆਂ ਨੂੰ ਜਿਹੜਾ ਆ ਉਹ ਪਾਉਣਾ ਵੀ ਚਾਹੀਦਾ ਆ। ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਹੱਥ ਵਗੈਰਾ ਆ ਉਹ ਟਾਈਮ ਦੇ ਨਾਲ ਉਹ ਸਾਫ਼ ਕਰਦੇ ਰਹਿਣਾ ਚਾਹੀਦਾ। ਮੈਨੂੰ ਲੱਗਦਾ ਟਾਈਮ ਵੀ ਸਾਡਾ ਨੇੜੇ ਹੋ ਗਿਆ। ਬਿਲਕੁਲ, ਤੇ ਤੁਸੀਂ ਜਿਵੇਂ ਮਾਸਕ ਦੀ ਗੱਲ ਕੀਤੀ ਨਾ, ਅਸੀਂ ਪੰਜਾਬੀ ਹੁੰਨੇ ਆ ਤਾਂ ਅਸੀਂ ਹਰੇਕ ਚੀਜ਼ ਦੇ ਵਿੱਚੋਂ ਆਪਣਾ ਫਾਇਦਾ ਜਿਹੜਾ ਉਹ ਕੱਢ ਲੈਂਦੇ ਆ। ਮਾਸਕ ਲਾਜ਼ਮੀ ਸੀ, ਸਾਨੂੰ ਪਤਾ ਲੱਗ ਗਿਆ, ਪਰ ਅਸੀਂ ਉਹ ਡਿਜ਼ਾਈਨਰ ਮਾਸਕ ਤਿਆਰ ਕਰ ਦਿੱਤੇ ਕਿਸੇ ਨਾ ਕਿਸੇ ਤਰੀਕੇ, ਜਿਹੜਾ ਆਪਣਾ ਕਹ ਲਓ ਕਿ ਹੁਨਰ ਵਿੱਚ ਦਿਖਾਈ ਦਿੱਤਾ। ਬੇਸ਼ੱਕ ਅਸੀਂ ਸੀਰੀਅਸ ਹਾਂ, ਬੇਸ਼ੱਕ ਅਸੀਂ ਨਹੀਂ ਸੀਰੀਅਸ। ਹਾਂਜੀ ਜੀ। ਸੋ ਜਿਹੜਾ ਅੱਜ ਦਾ ਸਮਾਂ ਸਾਡਾ ਸਮਾਪਤ ਹੋ ਚੁੱਕਾ ਹੈ। ਸੋ ਅਸੀਂ ਜਾਣਦੇ ਹਾਂ ਕਿ ਦਿਨ ਤਿਉਹਾਰ ਜਿਹੜੇ ਲਗਾਤਾਰ ਹੁਣ ਚੱਲ ਰਹੇ ਨੇ, ਕਹਿਣਾ ਇਹੀ ਹੈ ਕਿ ਦਿਨ ਤਿਉਹਾਰ ਮਨਾਓ, ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਵਿੱਚ ਮਨਾਓ, ਜਿੰਨਾ ਹੋ ਸਕੇ ਸੋਸ਼ਲ ਡਿਸਟੈਂਸ ਦਾ ਜਿਹੜਾ ਖਿਆਲ ਰੱਖੋ, ਤਾਂ ਕਿ ਅਸੀਂ ਤਿਉਹਾਰ ਦੀ ਖੁਸ਼ੀ ਤੋਂ ਬਾਅਦ ਕਿਸੇ ਗਮੀ ਦੇ ਵਿੱਚ ਨਾ ਜਾਈਏ ਤੇ ਅਸੀਂ ਆਪ ਵੀ ਸੇਫ ਰਹੀਏ ਤੇ ਆਪਣਾ ਆਲਾ ਦੁਆਲਾ ਵੀ ਜਿਹੜਾ ਅਸੀਂ ਸੇਫ ਰੱਖੀਏ, ਤਾਂ ਹੀ ਅਸੀਂ ਆਪਣੀ ਜਿਹੜੀ ਪਹਿਲਾਂ ਵਾਲੀ ਜ਼ਿੰਦਗੀ ਹੈ ਉਹਨੂੰ ਦੁਬਾਰਾ ਜੀ ਸਕਦੇ ਹਾਂ। ਸੋ ਅੱਜ ਦੇ ਲਈ ਇੰਨਾ ਹੀ। ਉਮੀਦ ਹੈ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।